देखो किद्दां ना राशन दा कमी है, ना लंगर दी, ना सेवादारां दी, ना जोश दी, ना प्यार दी। हर चीज़ चाह दे वक्त मट्ठियां है, गुड़ है। ਕੱਲ੍ਹ ਨੂੰ ਅਗਰ ਕੁਝ ਪ੍ਰੋਬਲਮ ਵੀ ਆਉਂਦੀ ਹੈ ਤੇ ਉਹਨਾਂ ਨੇ ਉਹਨਾਂ ਦੀ ਵੀ ਤਿਆਰੀਆਂ ਕੀਤੀਆਂ ਹੋਈਆਂ। ਸੋ ਮਤਲਬ ਆਪਣੇ ਘਰੋਂ ਚੱਲ ਕੇ ਆਪਣਾ ਸਟਾਕ ਰਾਸ਼ਨ ਦਾ, ਸਬਜ਼ੀਆਂ ਦਾ, ਲੱਕੜਾਂ ਦਾ, ਬਾਲਣ ਹੈ ਨਾ, ਔਰ ਆਪਣੇ ਮਨੋਰੰਜਨ ਦੇ ਲਈ ਗਾਣਿਆਂ ਦੀ ਸੀਡੀਆਂ ਨਾਲ ਲੈ ਕੇ ਹੈ ਨਾ, ਤੇ ਉਹ ਮਤਲਬ ਢੋਲ ਵੀ ਆਏ ਢੋਲ ਲੈ ਕੇ, ਸਪੀਕਰ ਲੈ ਕੇ ਵੀ ਹਰ ਇੱਕ ਚੀਜ਼। ਇਹ ਨਹੀਂ ਕਿ ਇਕੱਲੇ ਰੋਂਦੇ ਹੋਏ ਅਸੀਂ ਪਹੁੰਚ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ। ਆਪਣਾ ਮਨੋਰੰਜਨ ਵੀ ਕਰ ਰਹੇ ਨੇ, ਆਪਣਾ ਰਿਲੈਕਸ ਵੀ ਨੇ, ਆਰਾਮ ਵੀ ਕਰਦੇ ਆ, ਖਾਂਦੇ ਵੀ ਆ। ਸੋ ਮਤਲਬ ਇਹ ਇੱਕ ਬਹੁਤ ਵਧੀਆ ਪਲੈਨਿੰਗ ਦੇ ਨਾਲ ਚੱਲੇ ਹੋਏ ਨੇ। ਦਿੱਲੀ ਦੇ ਬਾਰਡਰ ਤੋਂ ਅੱਜ ਅਸੀਂ ਜਿਹੜਾ ਪਹਿਲਾ ਇਤਿਹਾਸਿਕ ਕਿਸਾਨ ਸੀ ਬਾਬਾ ਨਾਨਕ, ਉਹਨਾਂ ਦੇ ਜਨਮ ਦਿਨ ਦਾ 550 ਸਾਲ ਪੂਰਾ ਹੁਣ ਮਨਾਉਣ ਆ ਰਹੇ ਹਾਂ। ਤੇ ਅੱਜ ਅਸੀਂ ਇੱਥੇ ਵੇਖ ਰਹੇ ਹਾਂ ਬਾਬੇ ਨਾਨਕ ਦੇ ਫਲਸਫੇ ਤੋਂ ਜੰਮੀ ਸਿੱਖ ਕੌਮ ਨੇ ਉਹ ਕਰ ਵਿਖਾਇਆ ਜੋ ਪੂਰੀ ਭਾਰਤ ਸਰਕਾਰ ਪਿਛਲੇ 8 ਮਹੀਨਿਆਂ ਵਿੱਚ ਨਹੀਂ ਕਰ ਪਾਈ। ਉਹ ਕਹਿੰਦੇ ਰਹੇ ਚਾਈਨਾ ਨੇ ਰਾਤੋਂ ਰਾਤ ਹਸਪਤਾਲ ਬਣਾ ਲਿਆ, ਇੱਥੇ ਸਾਡੇ ਕਿਸਾਨਾਂ ਨੇ ਦਿਨੋਂ ਦਿਨ ਵਿੱਚ ਇੱਕ ਪੂਰਾ ਸ਼ਹਿਰ ਵਸਾ ਲਿਆ। ਔਰ ਸ਼ਹਿਰ ਨੂੰ ਤੁਹਾਨੂੰ ਅੱਜ ਮਿਲਵਾਉਂਦੇ ਆ। ਸ਼ਹਿਰ ਨੂੰ ਦੇਖ ਕੇ ਅੱਜ ਮਾਣ ਹੋਏਗਾ ਕਿ ਹਾਂ ਜਿਹੜਾ ਇਹ ਫਲਸਫਾ ਸ਼ੁਰੂ ਹੋਇਆ ਸੀਗਾ ਉਹ ਕਿੰਨਾ ਵਧੀਆ ਸੀ ਤੇ ਉਹਦੀ ਤਾਕਤ ਕੀ ਕਰਾ ਸਕਦੀ ਹੈ। ਅਸੀਂ ਸ਼ੁਰੂਆਤ ਕਰਦੇ ਹਾਂ ਖਾਲਸਾ ਏਡ ਤੋਂ। ਜੋ ਤੁਸੀਂ ਸ਼ੁਰੂ ਹੁੰਦੇ ਹੋ ਕੁੰਡਲੀ ਬਾਰਡਰ ਤੋਂ, ਤੁਸੀਂ ਪਹਿਲਾਂ ਦੇਖਦੇ ਹੋ ਖਾਲਸਾ ਏਡ, ਉਹ ਵੀ ਬਾਬੇ ਨਾਨਕ ਦੀ ਫਿਲਾਸਫੀ ਤੋਂ ਜੰਮਿਆ ਹੈਗਾ। ਆਓ ਖਾਲਸਾ ਏਡ ਦੇ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਕਿਸ ਤਰ੍ਹਾਂ ਦੀ ਸੇਵਾ ਚੱਲ ਰਹੀ ਹੈ। ਦੇਖੋ ਕਿੱਦਾਂ ਨਾ ਰਾਸ਼ਨ ਦਾ ਕਮੀ ਹੈ, ਨਾ ਲੰਗਰ ਦੀ, ਨਾ ਸੇਵਾਦਾਰਾਂ ਦੀ, ਨਾ ਜੋਸ਼ ਦੀ, ਨਾ ਪਿਆਰ ਦੀ। ਹਰ ਚੀਜ਼ ਚਾਹ ਦੇ ਵक्त ਮੱਠੀਆਂ ਹੈ, ਗੁੜ ਹੈ, फ्रूट खाने वालों में से फ्रूट हैगा। वीर जी खीर बन रही है, दूध गर्म हो रहा है, कमाल है। राती सोन तो पहले पीना नींद चंगी आती हैगी है। ਅਸੀਂ ਜੁੜੇ ਆ ਅਮਨਪ੍ਰੀਤ ਨਾਲ। ਅਮਨਪ੍ਰੀਤ ਖਾਲਸਾ ਏਡ ਦੇ ਏਸ਼ੀਆ ਚੀਫ। ਅਮਨਪ੍ਰੀਤ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈਗਾ? ਮਾਹੌਲ ਵੀ ਬਹੁਤ ਚੜ੍ਹਦੀ ਕਲਾ ਵਾਲਾ ਹੈ ਜੀ, ਤੇ ਮਹਿਸੂਸ ਵੀ ਚੜ੍ਹਦੀ ਕਲਾ ਹੋ ਰਿਹਾ, ਕਿਉਂਕਿ ਇਹੋ ਜਿਹਾ ਜੋ ਜੋਸ਼ ਕਹਿ ਲਈਏ ਜਾਂ ਜੋਸ਼ ਦੇ ਨਾਲ ਹੋਸ਼ ਦੀ ਗੱਲ ਕਰ ਲਈਏ, ਦੋਨੇ ਚੀਜ਼ਾਂ ਦਾ ਜਿਹੜਾ ਮਿਕਸਚਰ ਹੈ ਉਹ ਇਸ ਪਲੇਟਫਾਰਮ ਦੇ ਉੱਤੇ ਬਣਿਆ ਹੋਇਆ। ਚਾਹੇ ਯੂਥ ਹੈ, ਚਾਹੇ ਵੱਡੇ ਨੇ, ਸਾਰੇ ਬਹੁਤ ਵਧੀਆ ਪਲੈਨਿੰਗ ਦੇ ਨਾਲ, ਸਟ੍ਰੈਟਜੀ ਦੇ ਨਾਲ ਅੱਗੇ ਮੂਵ ਹੋ ਰਹੇ ਨੇ ਤੇ ਆਪਣੇ ਮਿਸ਼ਨ ਵੱਲ ਵੀ ਅੱਗੇ ਮੂਵ ਹੋ ਰਹੇ ਨੇ। ਸੋ ਇਹ ਬਹੁਤ। ਅਮਨ, ਤੁਸੀਂ ਜਿਹੜੀ ਖਾਲਸਾ ਏਡ ਸੰਸਥਾ ਵਿੱਚ ਜੁੜੇ ਹੋ, ਉਹਨਾਂ ਦੀ ਪਲੈਨਿੰਗ ਇਹੋ ਜੀ ਹੈਗੀ, ਯੋਜਨਾ ਇਹੋ ਜੀ ਹੈਗੀ, ਤੁਸੀਂ ਰੈੱਡ ਕਰਾਸ ਨੂੰ ਕਿੱਥੇ ਮਾਤ ਦੇਤੀ ਹੈ। ਪਰ ਅੱਜ ਕਿਸਾਨਾਂ ਦੀ ਪਲੈਨਿੰਗ ਨੂੰ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰਦਾ? ਤੁਸੀਂ ਜਿਹੜੇ ਪਲੈਨਿੰਗ ਦੇ ਮਾਹਰ ਹੋ, ਇਹਨਾਂ ਨੂੰ ਕਿੰਨੇ ਅੰਕੜੇ ਦੋਗੇ? ਇਹਨਾਂ ਨੂੰ 10 'ਚ 10 ਦੇਣੇ ਚਾਹੀਦੇ ਆ, ਕਿਉਂਕਿ ਇਹਨਾਂ ਦੀ ਪਲੈਨਿੰਗ ਅਗਾਂਹ ਵੀ ਹੈ, ਕਿਉਂਕਿ ਇਹ ਉਸ ਮੋੜ ਦੇ ਲਈ ਵੀ ਤਿਆਰ ਨੇ ਕਿ ਕੱਲ੍ਹ ਨੂੰ ਅਗਰ ਕੁਝ ਪ੍ਰੋਬਲਮ ਵੀ ਆਉਂਦੀ ਹੈ ਤੇ ਉਹਨਾਂ ਨੇ ਉਹਨਾਂ ਦੀ ਵੀ ਤਿਆਰੀਆਂ ਕੀਤੀਆਂ ਹੋਈਆਂ। ਸੋ ਮਤਲਬ ਆਪਣੇ ਘਰੋਂ ਚੱਲ ਕੇ ਆਪਣਾ ਸਟਾਕ ਰਾਸ਼ਨ ਦਾ, ਸਬਜ਼ੀਆਂ ਦਾ, ਲੱਕੜਾਂ ਦਾ, ਬਾਲਣ ਹੈ ਨਾ, ਔਰ ਆਪਣੇ ਮਨੋਰੰਜਨ ਦੇ ਲਈ ਗਾਣਿਆਂ ਦੀ ਸੀਡੀਆਂ ਨਾਲ ਲੈ ਕੇ ਹੈ ਨਾ, ਤੇ ਉਹ ਮਤਲਬ ਢੋਲ ਵੀ ਆਏ, ਢੋਲ ਲੈ ਕੇ, ਸਪੀਕਰ ਲੈ ਕੇ ਵੀ ਹਰ ਇੱਕ ਚੀਜ਼। ਇਹ ਨਹੀਂ ਕਿ ਇਕੱਲੇ ਰੋਂਦੇ ਹੋਏ ਅਸੀਂ ਪਹੁੰਚ ਕੇ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ। ਆਪਣਾ ਮਨੋਰੰਜਨ ਵੀ ਕਰ ਰਹੇ ਨੇ, ਆਪਣਾ ਰਿਲੈਕਸ ਵੀ ਨੇ, ਆਰਾਮ ਵੀ ਕਰਦੇ ਆ, ਖਾਂਦੇ ਵੀ ਆ। ਸੋ ਮਤਲਬ ਇਹ ਇੱਕ ਬਹੁਤ ਵਧੀਆ ਪਲੈਨਿੰਗ ਦੇ ਨਾਲ ਚੱਲੇ ਹੋਏ ਨੇ। ਥੈਂਕ ਯੂ। ਮੈਂ ਅੱਜ ਸਾਰੇ ਦਰਸ਼ਕਾਂ ਨੂੰ ਮਾਨ ਚਲਾਉਣ ਚੱਲੀ ਹਾਂ। ਸੋ ਦੇਖੋ ਵਧੀਆ ਗੱਲ ਇਹ ਹੈ ਕਿ ਤੁਸੀਂ ਜੰਗ ਜਿੱਤਣ ਆਏ ਆ, ਪਰ ਆਪਣਿਆਂ ਨਾਲ ਜੰਗ ਰਿਹਾ। ਸੋ ਜੰਗ ਜਿੱਤ ਰਿਹਾ, ਸੋ ਉਹ ਹੱਸਦੇ ਹੱਸਦੇ ਜਿੱਤਾਂਗੇ, ਹੱਸਦੇ ਹੱਸਦੇ ਲੜਾਂਗੇ। ਸੋ ਜਿਵੇਂ ਕਹਿੰਦੇ ਨਾ ਜਰਨੀ ਵਿੱਚ ਹੀ ਮਜ਼ਾ ਹੈ। ਸੋ ਆ ਜਾਓ, ਜਰਨੀ ਦਾ ਤੁਹਾਨੂੰ ਮਜ਼ਾ ਚਕਾਉਂਦੇ ਆ। ਆਓ ਮੇਰੇ ਨਾਲ। ਸੋ ਆਓ ਤੁਹਾਨੂੰ ਮਿਲਵਾਉਂਦੇ ਆ ਇੱਥੇ ਕਿਸਾਨਾਂ ਨਾਲ ਜੋ ਇੱਥੇ ਆ ਕੇ ਵੀ ਗੁਰਪੁਰਬ ਮਨਾਉਣਾ ਨਹੀਂ ਭੁੱਲੇ। ਸੋ ਵੀਰ ਜੀ ਮੋਮਬੱਤੀਆਂ ਜਲ ਗਈਆਂ ਹੈਗੀਆਂ? ਹਾਂਜੀ, ਚੱਲ ਰਹੀਆਂ ਨੇ। ਸੋ ਗੁਰਪੁਰਬ ਤੁਹਾਨੂੰ ਵੀ ਲੱਖ ਲੱਖ ਵਧਾਈ ਹੋਵੇ। ਬਹੁਤ ਬਹੁਤ ਜੀ, ਬਹੁਤ ਮੁਬਾਰਕਾਂ। ਤੁਸੀਂ ਕਿੱਥੋਂ ਆਏ ਹੋ? ਅਸੀਂ ਪਟਿਆਲਾ ਜ਼ਿਲ੍ਹਾ ਤੋਂ ਜੀ। ਅੱਛਾ, ਰੋਟੀ ਮੋੜਾ ਪਿੰਡ ਹੈ ਜੀ ਸਾਡਾ। ਹਾਂਜੀ। ਸੋ ਤੁਸੀਂ ਆਪਣੀ ਪੂਰੀ ਮੋਮਬੱਤੀ ਆ ਲਾਤੀ ਹੈਗੀ ਆ? ਦੇਖੋ ਜੀ ਉੱਪਰ, ਕਿਰਪਾ ਜੀ, ਬਾਬੇ ਨਾਨਕ ਦੀ ਕਿਰਪਾ। ਬਾਕੀ ਮੋਦੀ ਸਾਹਿਬ ਦੀ ਬੱਲੇ ਬੱਲੇ ਹੋਣੀ ਨਹੀਂ ਚਾਹੀਦੀ, ਕਿਸਾਨਾਂ ਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ। ਸੋ ਤੁਸੀਂ ਮੇਰੇ ਪਿੱਛੇ ਦੇਖੋ ਕਿਸ ਤਰ੍ਹਾਂ ਤਿਆਰੀ ਨਾਲ ਆਏ ਨੇ। ਸਾਰਾ ਕਮਰਾ ਤਿਆਰ ਹੈ, ਕੱਪੜੇ, ਹਰ ਚੀਜ਼ ਨਾਲ ਲੈ ਕੇ ਆਏ। ਕਿਸੇ ਤੇ ਬੋਝ ਬਣਨ ਨਹੀਂ ਆਏ, ਆਪਣਾ ਤਿਆਰੀ ਆਪ ਕਰਕੇ ਆਏ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਪੰਜਾਬ ਤੋਂ, ਜ਼ਿਲ੍ਹਾ ਗੁਰਦਾਸਪੁਰ, ਸਬ ਤਹਿਸੀਲ ਫਤਿਹਗੜ੍ਹ ਚੂੜੀਆਂ, ਪਿੰਡ ਠੱਠਾ। ਅੱਛਾ, ਹਾਂਜੀ। ਕਿੱਦਾਂ ਹੁਣ ਤੀਜੀ ਰਾਤ ਆ ਗਈ ਇੱਧਰ? ਹਾਂਜੀ ਹਾਂਜੀ। ਤੇ ਗੱਦੇ ਗੁੱਦੇ ਠੀਕ ਹੈ? ਹਾਂ, ਗੱਦੇ ਕੋਈ ਸਾਨੂੰ ਪਰੇਸ਼ਾਨੀ, ਖਾਣ ਪੀਣ ਨੂੰ, ਪਾਣੀ ਤਾਂ ਸਭ ਕੁਝ ਵਾਧੂ ਆ। ਉੱਦਾਂ ਹੀ ਬੜਾ ਮਿਲਣ ਡਿਆ ਉਧਰ। ਆਪਣਾ ਅਸੀਂ ਵੀ 4-5 ਮਹੀਨੇ ਦਾ ਆਪਣਾ ਰਾਸ਼ਨ ਲੈ ਕੇ ਆਏ ਆ। ਆਲੂ, ਗੰਢੇ, ਗਾਜਰਾਂ, ਦਾਲਾਂ, ਖੰਡ,
ਦਿੱਲੀ ਵਾਲਿਆਂ ਨੂੰ ਕਹਿ ਦਿਓ ਕਿ ਤੁਹਾਨੂੰ ਕੁਝ ਘੱਟ ਸਾਡੇ ਕੋਲ ਆ ਜਾਓ। ਹਾਂਜੀ ਦਿੱਲੀ ਵਾਲਿਆਂ ਨੂੰ ਕਹਿ ਦਿਓ ਕੁਝ ਕਮੀ ਹੈ ਸਾਡੇ ਕੋਲ ਆ ਜਾਓ। ਬਹੁਤ ਸੇਵਾ ਕਰਨ ਡਏ ਆ ਜਿੱਦਾਂ ਤੂੰ ਜਵਾਨ ਹੈ ਨਾ, ਬੇਟੀ ਆ, 4 ਬੇਟੀਆਂ ਸੀ, ਉਹਨਾਂ 5 ਬ੍ਰੈਡ ਦੇ ਪਕੌੜੇ ਭਰੇ ਸੀ, ਉਹ ਵੰਡਣ ਡੀਆਂ ਸੀ। ਬਹੁਤ ਦਿੱਲੀ ਪਿਆਰ ਮਿਲ ਰਿਹਾ। ਦਿਲੇ ਪਿਆਰ ਮਿਲ ਰਿਹਾ, ਬਹੁਤ ਪਿਆਰ ਮਿਲ ਰਿਹਾ, ਬਹੁਤ ਜ਼ਿਆਦਾ। ਸੋ ਤੁਸੀਂ ਸੁਣ ਰਹੇ ਹੋ ਇੱਥੇ ਨਾਲ ਪਾਠ ਸ਼ੁਰੂ ਹੋ ਗਿਆ, ਅਰਦਾਸ ਸ਼ੁਰੂ ਹੋ ਗਈ ਹੈ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ। इसमें एक बात पूछना चाहते हैं आप? ਹਾਂਜੀ हाँ, एक ਸੋ ਵੀਰ ਜੀ ਸਾਡੇ ਦਰਸ਼ਕਾਂ ਨੂੰ ਦੱਸੋਗੇ ਅੱਜ ਤੁਸੀਂ ਇੱਥੇ ਪਾਠ ਕਰ ਰਹੇ ਹੋ ਤੇ ਰੋਜ਼ ਕਰਦੇ ਹੋ ਇੱਥੇ ਬੈਠ ਕੇ? ਅੱਜ ਪਹਿਲਾਂ ਅਸੀਂ ਥੋੜਾ ਜਿਹਾ ਇਸ ਮਾਹੌਲ ਨਾਲ ਮੋਮਬੱਤੀਆਂ ਬਾਲ ਕੇ ਨਹੀਂ, ਪ੍ਰਮਾਤਮਾ ਦਾ ਨਾਮ ਰੋਜ਼ ਲੈਂਦੇ ਆ। ਤੇ ਅੱਜ ਬਾਬੇ ਨਾਨਕ ਜੀ ਦੇ ਜਿਹੜਾ ਜਨਮ ਦਿਹਾੜਾ, ਉਸ ਦਾ ਉਹਨਾਂ ਦਾ ਜਿਹੜਾ ਸੰਦੇਸ਼ ਸੀ, ਉਹਨਾਂ ਨੇ ਦੇਖੋ ਸਾਰੇ ਦੇਸ਼ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਘੁੰਮ ਕੇ ਮਨੁੱਖਤਾ ਨੂੰ ਜੋ ਸੁਨੇਹਾ ਦਿਆ ਸਾਂਝੀ ਵਾਲਤਾ ਦਾ, ਔਰ ਕਿਰਤ ਕਰਨ ਦਾ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਇਹ ਉਹਨਾਂ ਦਾ ਜਿਹੜਾ ਸੰਦੇਸ਼ ਸੀ। ਉਸ ਤੋਂ ਬਾਅਦ ਉਹਨਾਂ ਨੇ ਲਾਸਟ ਦੇ ਵਿੱਚ ਆਣ ਕੇ ਖੇਤੀ ਕੀਤੀ ਆਪਣੇ ਖੇਤਾਂ ਦੇ ਵਿੱਚ ਕਰਤਾਰਪੁਰ। ਇਤਿਹਾਸ ਦੇ ਪਹਿਲੇ ਕਿਸਾਨ ਨੇ ਜਿਨ੍ਹਾਂ ਨੂੰ ਬਾਰੇ ਅਸੀਂ ਜਾਣਦੇ ਹਾਂ। ਹਾਂਜੀ ਹਾਂਜੀ। ਤੇ ਉਹ ਖੇਤੀ ਨੂੰ ਬਚਾਉਣ ਵਾਸਤੇ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ, ਤੇ ਅੱਜ ਕੁਦਰਤੀ ਤੌਰ ਤੇ ਉਹਨਾਂ ਦਾ ਪ੍ਰਕਾਸ਼ ਤੁਸਤ ਵੀ ਹੈ ਤੇ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਵਿੱਚ ਵੀ ਨੇ ਵੀ ਉਹ ਜਿਹੜੀ ਖੇਤੀ ਬਾਬੇ ਨਾਨਕ ਨੇ ਸ਼ੁਰੂ ਕਰਾਈ ਸੀ ਉਸ ਨੂੰ ਬਚਾਇਆ ਜਾ ਸਕੇ। ਤੇ ਉਹ ਪੂਰੀ ਮਨੁੱਖਤਾ ਦੀ ਖੇਤੀ ਸੀ। ਹੁਣ ਇਹ ਕੁਝ ਲੋਕਾਂ ਨੂੰ ਖੇਤੀ ਦੇਣਾ ਚਾਹੁੰਦੇ ਨੇ, ਉਹ ਸੰਦੇਸ਼ ਨੂੰ ਬਾਬੇ ਨਾਨਕ ਦੇ ਨੂੰ ਮੁੱਖ ਰੱਖਦੇ ਹੋਏ ਇਹ ਸਾਰਾ ਕੁਝ ਅਸੀਂ ਉਪਰਾਲਾ ਕੀਤਾ। ਘਰ ਹੁੰਦੇ ਤਾਂ ਕਿਸੇ ਹੋਰ ਮਾਹੌਲ ਨਾਲ ਮਨਾਉਂਦੇ, ਅੱਜ ਇੱਥੇ ਮਨਾ ਰਹੇ ਹਾਂ ਜੀ। ਚਲੋ ਜਿੱਥੇ ਹੈਗੇ ਆ ਉਹ ਇੱਕ ਪੁਰਾਣੀ ਲਾਈਨ ਹੈਗੀ ਨਾ, ਤੱਤੀ ਵਾਓ ਨਾ ਲਾਗੇ ਪਾਰ ਬ੍ਰਹਮ ਸ਼ਰਨਾਈ। ਸੋ ਅੱਜ ਅਸੀਂ ਗੁਰੂ ਦੇ ਨਾਲ ਆ ਤੇ ਗੁਰੂ ਵੀ ਸਾਡੇ ਨਾਲ ਹੀ ਹੈ। ਹਾਂਜੀ ਹਾਂਜੀ ਹਾਂਜੀ। ਇੱਥੇ ਮਾਹੌਲ ਚੰਗਾ ਹੈ, ਇਸੇ ਬਾਰੇ ਤੁਹਾਡੇ ਨਾਲ ਮੁਲਾਕਾਤ ਹੋ ਗਈ, ਸਾਡੇ ਦਰਸ਼ਨਾਂ ਨਾਲ ਤੁਹਾਡੀ ਮੁਲਾਕਾਤ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਗੁਰੂ ਨਾਨਕ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਜੀ। ਸੁਨੇਹਾ ਭੇਜਣਾ ਤੁਸੀਂ ਹਾਂਜੀ, ਪੰਜਾਬ ਨੂੰ ਕੋਈ ਸੁਨੇਹਾ ਭੇਜਣਾ ਹੈ? ਪੰਜਾਬ ਨੂੰ ਜੀ ਸੁਨੇਹਾ ਹੁਣ ਭੇਜੀ ਜਾਂਦੇ। ਪੰਜਾਬ ਤੋਂ ਤਾਂ ਹੁਣ ਮੋਦੀ ਨੂੰ ਸੁਨੇਹੇ ਭੇਜ ਕੇ ਹੰਭ ਗਏ ਆ। ਤੇ ਹੁਣ ਜਿਹੜੇ ਕੋਈ ਉਹ ਇੰਨਾ ਵੀ ਸਾਡੀਆਂ ਉਹ ਗੱਲਾਂ ਮੰਨ ਲਵੇ, ਆ ਬਾਬੇ ਦਾ ਦਿਨ ਅੱਜ, ਤੇ ਨਹੀਂ ਤਾਂ ਫਿਰ ਉਹ ਪੁੱਠੇ ਪਾਲਟੇ ਲੱਗ ਹੀ ਜਾਣੇ ਆ। ਸੰਗਤਾਂ ਦੀ ਅਰਦਾਸ ਆ सारियां दी। हाँ जी। नाम मेरा कछूरा गांव है और तहसील मतलब है जिला आप हरियाणा के ही है ना? हरियाणा के बिल्कुल। खट्टर को बता दो कि आप हरियाणा से हो। खट्टर से बचावांगे। हमने अपनी कमांड चाहिए है। हमारा बाजरा था 40 मन बाजरा हो गया, 10 मन बाजरा लिया, 30 मन बाजरा कहाँ ले जा। गंडा है हमारा 400 कुंटल गंडा हो गया, 100 कुंटल गंडा ले लिया, 300 कुंटल गंडा कहाँ ले जा। हमारा काट दिया कलर। अरे हमारा तड़के में परसों में हमारा हरियाणा सारा उठ लिया है। रोज इकट्ठे हुए हैं, हमारे गांव इकट्ठे हुए हैं, बिल्कुल हमारे ट्रैक्टर पर लगा हुआ भी है, पाछे भी बहुत ज़्यादा। आपको जो हमारे पंजाबी भाई हैं, हाँ। उनको देख के जोश मिल गया? हमने पंजाबी भाई हमारे माँ बाप से बटसर से, और हम इनकी पूरी मदद कराएंगे। हमने मदद की, हमने ही बोलता हटना नहीं। मेरे बाद 2 लड़के हैं, 3 लड़की हैं, 3 पति हैं। एक पति मैंने 12 करवा कर पढ़ा ब्याह दी, शादी कर दी उसकी। ये मेरे घर में भगवान की जात है 60, 10 किले हैं। खेती बाड़ी करो आप, एक मैच लाग कर हूँ दो रहे, मर्द पानी भी नहीं पिया करता, सिर्फ ही काम पे। और सर धड़की बाजी यहाँ मोटे जब हटाएंगे जब हमारा काम हो जाएगा। ये है भाई, हमने मदद करनी है थारी और हारी, और हम भी अपने लिए तैयार से। हमारे ट्रैक्टर आ रहे 15-16 हरियाणा से,
बॉर्डर पर से कछूरा बॉर्डर लगा हमारा संग इसका रोहतक का इसका आप कहाँ से हो? कथुरा गांव से जी, बरोदाल का, जहाँ से बीजेपी के कैंडिडेट को हरा के हमने खट्टर सरकार को एक मैसेज दिया था जो किसान विरोधी सरकार होगी। किस सीट जीती थी कांग्रेस? ये हाँ जी? क्या है? एक कांग्रेस सीट जीती थी हरियाणा। हाँ जी, वो एक आपने जिताई थी। हाँ जी, हाँ वो मतलब कांग्रेस होती या इनोलो होती, कोई भी होती जीती, लेकिन बीजेपी नहीं जीतती क्योंकि बीजेपी किसान विरोधी सरकार है, इसलिए उसको एक सबक सिखाना जरूरी था। हम और तो नहीं आते। अब कल का परसों का स्टेटमेंट था खट्टर सरकार का कि हरियाणा के किसान पंजाब के साथ नहीं लगे, लेकिन आज पीछे देखो आप, हमारे सैकड़ों बड़ौदा हल्का से सैकड़ों ट्रैक्टर ट्रैली पीछे खड़े हैं। आपकी खट्टर जो मुख्यमंत्री है वो ये भी कहते हैं कि पंजाब के किसान खालिस्तानी है, आप उसके बारे नहीं नहीं नहीं, ये एक आंदोलन को मतलब असफल करने की वो चेष्टा उनकी, ऐसी कोई बात नहीं है। ये सिर्फ और किसान आंदोलन का ही मतलब मुद्दा है, उसके अलावा और कोई नहीं। यहाँ न तो कोई पार्टी बाजी है। यहाँ आप रह रहे हो, कोई जैसे आप कह रहे हो, कुछ आपको ऐसे लगा जो आप कह सके हो आपकी भी कोई गलत चीज हो? नहीं, बिल्कुल यहाँ किसान आए हैं, आत्मा से किसान आए। अपने भैया का साथ देना आ रहे हैं पंजाब का। पंजाब हमारा बड़ा भाई है, उसके कंधे से कंधा मिला के उसका साथ देंगे, आखिरी दम तक साथ देंगे, तन मन धन से उसका साथ देंगे। तन मन ढंग से। और हमारी जनानी भी आएंगी। हाँ, हमारी जनानी भी आएंगी। आपको पता है आज मोमबत्ती जल रही है हर जगह? बिल्कुल बिल्कुल हमारे मोमबत्ती चलिए मतलब हमने क्यों क्यों जल रही है? ये नहीं चलिए, चांदने चलिए, खाना बना लिए। और तो चलो कोई बात नहीं, मैदान पड़ गुड़िया सुबह खीर का प्रसाद था, अभी मोती चूस के लड्डू थे, ऐसी बात नहीं। सारा मुकाबला 6 बात हार मानस। नहीं कोई बात नहीं, मैं तो ये आत्मा से आया हुआ है, अपने पूरे परिवार को छोड़ के आत्मा से आया हुआ है, सिर्फ किसान आंदोलन को सफल बनाने के लिए आया है। 70 साल गुरु नानक हमारे पहले किसान रहे ना, इसलिए हम मैं 70 साल का हो रहा, मैं खोट में था बड़े मोती जा रहा लिख कर मैं जमा जाऊंगा। वाहेगुरु जी का खालसा, वाहेगुरु जी की फतेह। मुर्दाबाद मुर्दाबाद नहीं चलेगी। ਅਸੀਂ ਹੈਗੇ ਆ ਹੁਣ ਪ੍ਰੋਫੈਸਰ ਹਰਪ੍ਰੀਤ ਨਾਲ। ਹਾਂਜੀ ਸਰ ਇੱਥੇ ਕੀ ਪਾਠ ਸਿਖਾ ਰਹੇ ਹੋ? ਮੈਂ ਆਹੀ ਪਾਠ ਸਿਖਾ ਰਿਹਾ। ਦੇਖੋ, ਇੱਕ ਡੈਮੋਕ੍ਰੇਸੀ ਕਹਿੰਦੇ ਨੇ ਵੀ ਪੰਜਾਬ ਇੱਕ ਡੈਮੋਕ੍ਰੇਟ ਆ, ਇੰਡੀਆ ਡੈਮੋਕ੍ਰੇਟ ਆ, ਪਰ ਅੱਜ ਰਾਜਤੰਤਰ ਹੋ ਰਿਹਾ। ਦੇਖੋ, ਮਨ ਦੀ ਬਾਤ ਅੱਜ ਮੋਦੀ ਸਰਕਾਰ ਨੇ ਕਰੀ, ਪਰ ਮਨ ਦੀ ਬਾਤ ਤਾਂ ਸਾਡੇ ਕਿਸਾਨਾਂ ਨੇ ਸੁਣਨੀ ਚਾਹੀਦੀ ਸੀ। ਉਹ ਮਨ ਦੀ ਬਾਤ ਕਦੇ ਨਹੀਂ ਕਰੀ। ਕਿਸਾਨ ਨੇ ਹਰੈਸ਼ਮੈਂਟ ਨੇ, ਜਦੋਂ ਕਹਿੰਦੇ ਵੀ ਸਾਨੂੰ ਅਸੀਂ ਜਿੰਨੀ ਐਮਐਸਪੀ ਮਿਲਦੀ ਉਹ ਤੇ ਖੁਸ਼ ਆ, ਸਾਨੂੰ ਦੁੱਗਣੀ ਆਮਦ ਦੀ ਲੋੜ ਨਹੀਂ, ਨਾ ਲੋੜ ਆ ਨਾ ਅਸੀਂ ਲੈਣਾ ਚਾਹੁੰਦੇ ਹਾਂ। ਪਰ ਇੱਕ ਗੱਲ ਆ, ਪ੍ਰੋਫੈਸਰ ਸਾਹਿਬ, ਇਸ ਤੋਂ ਪਹਿਲਾਂ ਜੇ ਅਸੀਂ ਇਸ ਖੇਤੀ ਕਾਨੂੰਨ ਤੋਂ ਪਹਿਲਾਂ ਵੇਖੀਏ, ਅਸੀਂ ਇਹੋ ਵੇਖਿਆ ਕਿ ਕਿਸਾਨ ਖੁਸ਼ ਨਹੀਂ ਸੀ, ਖੁਦਕੁਸ਼ੀਆਂ ਹੋ ਰਹੀ ਸੀ ਤੇ ਸੁਧਾਰ ਦੀ ਲੋੜ ਸੀ ਬਹੁਤ ਜਿੰਨੀ ਪਤਾ ਨਹੀਂ ਤਾਂ ਇਹ ਧੋਖਾ ਦੇਗਾ। ਦੇਖੋ, ਸੁਧਾਰ ਦੀ ਲੋੜ ਸੀ ਸਾਨੂੰ। ਪਹਿਲਾਂ ਤਾਂ ਪੰਜਾਬੀਆਂ ਨੂੰ ਇਹਨਾਂ ਨੇ ਬਦਨਾਮ ਕਰਤਾ ਵੀ ਇਹ ਨਸ਼ੇ ਤੇ ਲੱਗੇ ਹੋਏ ਨੇ। ਹੁਣ ਇੱਥੇ 70% ਬੰਦਾ ਯੂਥ ਆ, ਉਹ ਨਸ਼ੇ ਲੱਗਿਆ ਹੋਇਆ। ਕੋਈ ਕਹਿੰਦੇ ਗੈਂਗਸਟਰ ਆ ਪੰਜਾਬ 'ਚ, ਉਹ ਨਸ਼ੇ ਲੱਗਿਆ। ਕੋਈ ਗੈਂਗਸਟਰ ਤਾਂ ਪਹੁੰਚੇ ਨਹੀਂ ਇੱਥੇ, ਨਾ ਕੋਈ ਨਸ਼ੇ ਵਾਲਾ ਪਹੁੰਚਿਆ। ਸਾਰੇ ਅਸੀਂ ਪਹੁੰਚਿਆ, ਬਜ਼ੁਰਗ ਪਹੁੰਚੇ ਨੇ। 70% ਯੂਥ ਆ। ਪਰ ਜਿਹੜਾ ਮੋਦੀ ਸਰਕਾਰ ਨੇ ਤਾਨਾਸ਼ਾਹੀ ਹਕੂਮਤ ਕਰੀ ਆ, ਪਹਿਲਾਂ 370 ਧਾਰਾ ਖਤਮ ਕਰੀ ਜੰਮੂ ਕਸ਼ਮੀਰ, ਉਹਦਾ ਹੱਕ ਖੋਇਆ। ਆਹੀ ਕੰਮ ਸਾਡੇ ਤੇ ਆ। ਜਿਹੜੇ ਅਸੀਂ ਅਲਪਸੰਖਿਅਕ ਲੋਕ ਆ, ਸਿੱਖ ਕਮਿਊਨਿਟੀ, ਇੱਕ ਮੁਸਲਮਾਨ ਕਮਿਊਨਿਟੀ, ਇੱਕ ਸਿੱਖ ਕਮਿਊਨਿਟੀ, ਸਾਡੇ ਤੇ ਅਤਿਆਚਾਰ ਹੋ ਰਿਹਾ। ਅਤਿਆਚਾਰ ਕੀ ਆ? ਦੇਖੋ ਜੀ, ਜੀਓ ਕਨੈਕਸ਼ਨ ਮਿਲਦਾ ਸੀ, ਅਬਾਣੀ ਕੋਲ ਅਡਾਣੀ ਦੀ ਸਰਕਾਰ ਚਲਾ, ਸਾਰਾ ਸਿਸਟਮ ਕਾਰਪੋਰੇਟ ਘਰਾਣੇ ਕੋਲ ਚਲਾ ਗਿਆ। ਹੁਣ ਵੀ ਅਬਾਣੀ ਕੋਲ ਆ। ਰੇਲਾਂ ਕਿਹਦੀਆਂ ਨੇ? ਸਰਕਾਰ ਦੀ ਆ। ਚੱਲਦੀਆਂ ਕਿਹਦੀ ਨੇ? ਅਡਾਣੀ ਦੀ। ਸਾਨੂੰ ਤਾਂ ਕੋਈ ਫਾਇਦਾ ਨਹੀਂ। ਹੁਣ ਇਹਨਾਂ ਦਾ ਕੀ ਕਰਦਾ? ਐਮਐਸਪੀ ਖਤਮ ਕਰਨੀ ਆ। ਹੁਣ ਐਮਐਸਪੀ ਦਾ ਕੀ ਮਤਲਬ ਹੁੰਦਾ? ਮਿਨੀਮਮ ਸਪਲਾਈ ਪ੍ਰਾਈਸ ਸਾਨੂੰ ਮਿਲਦਾ ਸੀ। ਹੁਣ ਬਿਹਾਰ ਆ, ਯੂਪੀ ਆ, ਉਹ ਕਿਸਾਨ ਕਿੱਥੇ ਭੁੱਖੇ ਮਰਦੇ ਨੇ? ਉਹ ਮਜ਼ਦੂਰੀਆਂ ਕਰਦੇ ਪੰਜਾਬ ਵਿੱਚ ਆ ਕੇ। ਕਾਹਤੇ ਕਰਦੇ ਨੇ? ਉੱਥੇ ਵਪਾਰੀ ਵਰਗ ਆ। ਹੁਣ ਇਹਦਾ ਕੀ ਲਾਲਚ ਦੇਣਾ? ਪਹਿਲਾਂ ਜੀਓ ਅਬਾਣੀ ਨੇ ਕੀ ਲਾਲਚ ਦਿੱਤਾ ਸਾਨੂੰ ਵੀ ਤੁਹਾਨੂੰ ਅਸੀਂ ਜੀਓ ਕਨੈਕਸ਼ਨ ਫ੍ਰੀ ਦੇ ਰਹੇ ਹਾਂ। ਅੱਜ 450 ਰੁਪਇਆ ਪਰ ਮੰਥ ਅਸੀਂ ਪੇ ਕਰ ਰਹੇ ਹਾਂ। ਇਹ ਚੀਜ਼ ਮੰਡੀ ਬੋਰਡ ਤੋੜਨਾ। ਮੰਡੀ ਬੋਰਡ ਵਿੱਚ ਇਕੱਲਾ ਕਿਸਾਨ ਹੀ ਟੁੱਟੂਗਾ। ਸਾਡੇ ਗਰੀਬ ਨੇ, ਸਾਡਾ ਭਾਈਚਾਰਾ ਹੋਰ ਆ, ਰਵੀਦਾਸ ਭਾਈ ਵੀਰਾ, ਬਾਲਮਿਕ ਭਾਈਚਾਰਾ, ਸਾਰਾ ਹਰਾਸਮੈਂਟ ਹੋਊਗਾ। ਸਾਡਾ ਜਦੋਂ ਆਲੂ ਹੁੰਦਾ 2 ਰੁਪਏ, ਅਸੀਂ ਪ੍ਰੋਡਕਸ਼ਨ ਕਰਦੇ ਹਾਂ ਜਾਂ ਅਸੀਂ ਡਿਲੀਵਰ ਕਰਦੇ ਹਾਂ, ਉਹ ਵਪਾਰੀ ਕੋਲ ਜਾ ਕੇ 40 ਰੁਪਏ ਹੋ ਜਾਂਦਾ। ਮੇਰੇ ਤੋਂ ਕਿਹੜਾ ਟੀਕਾ ਲਾਇਆ ਉਹਨੇ ਉਹਦੇ ਵਿੱਚ? ਸਾਡੀ ਮੱਕੀ ਆ, ਐਮਐਸਪੀ ਆ, ਇਹ ਸਾਨੂੰ ਲਿਖਤੀ ਰੂਪ ਵਿੱਚ ਦੇ ਦਿੰਦੇ ਵੀ ਐਮਐਸਪੀ ਤੁਹਾਡੀ ਜਾਰੀ ਰਹੂਗੀ। ਜਿਹੜਾ ਐਮਐਸਪੀ ਤੋਂ ਘੱਟ ਰੇਟ ਖਰੀਦੂਗਾ ਉਹ ਵਪਾਰੀ ਤੇ ਕੇਸ ਦਰਜ ਹੋਊ। ਪਰ ਉਹਦੇ ਲਈ ਸਾਨੂੰ ਕੋਈ ਕਾਨੂੰਨ ਦਿੱਤਾ। ਉਹਦੇ ਲਈ ਸਾਨੂੰ ਸਿਰਫ ਇੱਕ ਹੁਕਮ ਆ ਵੀ ਤੁਸੀਂ ਐਸਡੀਐਮ ਕੋਲ ਜਾਓ।
ਸਾਨੂੰ ਨਿਆਂਪਾਲਿਕਾ ਦੀ ਸੁਤੰਤਰਤਾ ਵੀ ਖੋਲੀ ਸਾਡੇ ਕੋਲ। ਪ੍ਰੋਫੈਸਰ ਸਾਹਿਬ हमारा सब्जी चावल है 50 रुपये किलो, 200 रुपये किलो, और आमने 80 रुपये किलो, लहसुन 80 रुपये किलो, 90 रुपये किलो, और हमारा लहसुन जाता है बता 50 ਅਸੀਂ ਜਿਹੜਾ ਪਿਆਜ਼ ਆ प्याज ਜਿਹੜਾ हमारा ਦਿੱਲੀ नाच कर दिया सब्जी वाला ਜਿਹੜਾ ਹੁਣ ਦਿੱਲੀ ਵਿੱਚ ਪਿਆਜ਼ ਆ 60 ਰੁਪਏ ਵਿਕ ਰਿਹਾ, ਜਦੋਂ ਪੰਜਾਬ ਤੋਂ ਜਿਹੜਾ ਪੰਜਾਬ ਵਿੱਚੋਂ ਪਿਆਜ਼ ਦੀ 5 ਰੁਪਏ ਅਸੀਂ ਪ੍ਰੋਡਕਸ਼ਨ ਕਰਦੇ ਆ, ਅਸੀਂ ਆਪ ਕਰਦੇ ਆ, ਖੇਤੀ ਕਰਦੇ ਆ, ਅਸੀਂ ਉੱਥੇ ਸੱਪਾਂ ਦੇ ਸਿਰੇ ਵਿੱਚ ਰਾਤ ਨੂੰ ਪਾਣੀ ਛੱਡਦੇ ਆ। ਸਾਡਾ ਪਿਆਜ਼ 5 ਰੁਪਏ ਜਦੋਂ ਵਪਾਰੀ ਕੋਲ ਪਹੁੰਚ ਗਿਆ ਉਹ ਕਿੰਨਾ ਹੋ ਜਾਂਦਾ 50 ਰੁਪਏ। ਦੱਸੋ ਜਿਹੜਾ ਕਿਸਾਨ ਆ ਉਹ ਤਾਂ ਅੰਦਾ ਮੰਨਿਆ ਜਾਂਦਾ। ਅਸੀਂ ਨੇ ਕ੍ਰਾਂਤੀ ਲਿਆਂਦੀ ਸਵਾਮੀਨਾਥਨ ਦੀ, ਸਵਾਮੀਨਾਥਨ ਰਿਪੋਰਟ ਦੀ, ਉਹਦਾ ਕੀ ਮਤਲਬ ਸੀ ਵੀ ਜਿਹੜਾ ਕਿਸਾਨ ਨੇ ਅਸੀਂ ਬਾਹਰੋਂ ਅਨਾਜ ਮੰਗਵਾਉਂਦੇ, ਅਸੀਂ ਖੇਤੀ ਕਰੀ ਹਰਿਆਣਾ ਪੰਜਾਬ ਕਿਸਾਨਾਂ ਨੇ ਖੇਤੀ ਕਰੀ, ਇੰਨੀ ਪ੍ਰੋਡਕਸ਼ਨ ਕਰੀ, ਅਸੀਂ ਨਾ ਸਾਰੀ ਕੌਮ ਨੂੰ ਦਿੱਤਾ, ਸਾਰੇ ਰਾਸ਼ਟਰ 29 ਰਾਜ ਨੇ ਉਹਨੂੰ ਦਿੱਤਾ। ਪਰ ਅੱਜ ਕੀ ਕਰ ਰਹੇ ਨੇ? ਧੱਕਾ ਤਾਨਾਸ਼ਾਹੀ ਆ। ਦੇਖੋ ਇਹ ਕੋਈ ਲੋਕਤੰਤਰ ਨਹੀਂ, ਡੈਮੋਕ੍ਰੇਸੀ ਨਹੀਂ ਹੈਗਾ, ਇਹ ਸਾਰੀ ਹੈਗੀ ਕਿ ਰਾਜਤੰਤਰ। ਪ੍ਰੋਫੈਸਰ ਸਾਹਿਬ ਇੱਥੇ ਬਹੁਤ ਲੋਕ ਨੇ ਜਿਹੜੇ ਬੜੀ ਜੋਸ਼ ਨਾਲ ਆਏ, ਰੂਹ ਤੋਂ ਜਾਏ, ਉਹਨਾਂ ਨੂੰ ਤਕਲੀਫ ਹੋ ਰਹੀ ਹੈ। ਪਤਾ ਨਹੀਂ ਲੱਗਦਾ ਜਿਸ ਤਰ੍ਹਾਂ ਔਕੜਾਂ ਬਣ ਰਹੀਆਂ ਨੇ, ਇਹ ਅੱਗੇ ਲੰਬਾ ਸੰਘਰਸ਼ ਚੱਲਣਾ ਪਿਆ। ਕੋਈ ਤਕਲੀਫ ਨਹੀਂ, ਕੋਈ ਤਕਲੀਫ ਨਹੀਂ। ਅਸੀਂ ਤਾਂ ਇੱਥੇ ਰਾਸ਼ਨ ਚੱਕ ਕੇ ਲੈ ਕੇ ਆਏ ਆ, ਭਾਵੇਂ ਸਾਨੂੰ 2 ਸਾਲ ਵੀ ਰਹਿਣਾ ਪੈ ਜਾਵੇ, 2 ਸਾਲ ਬੈਠੇ ਆ ਇੱਥੇ। ਬਿਲਕੁਲ ਬਿਲਕੁਲ ਠੀਕ ਹੈ ਜੀ। ਮੇਰੀ 2 ਸਾਲ ਦੀ ਕੁੜੀ ਆ, ਮੇਰੇ 4 ਸਾਲ ਵਿਆਹ ਨੂੰ ਹੋਏ ਨੇ, ਮੈਂ ਛੱਡ ਕੇ ਆਇਆ ਵੀ ਨਹੀਂ ਮੈਂ ਉਹਦੇ ਜਵਾਕਾਂ ਵਾਸਤੇ ਕਰਨਾ। ਕੱਲ ਨੂੰ ਜਵਾਕ ਕੀ ਕਹਿਣਗੇ ਵੀ ਸਾਡੇ ਬਾਪ ਨੇ ਕੀ ਕਰਿਆ ਸੀ, ਠੀਕ ਨਹੀਂ, ਸਾਡੇ ਜਵਾਕ ਨੇ ਕੀ ਕਰਿਆ ਸੀ, ਮੇਰੇ ਪਾਪਾ ਨੇ ਕੀ ਕਰਿਆ ਸੀ। ਪਰ ਅੱਜ ਇਹ ਲੈਸਨ ਆ ਜਿਹੜਾ ਮੋਦੀ ਸਰਕਾਰ ਆ, ਤਾਨਾਸ਼ਾਹੀ ਰਾਜ ਆ, ਉਹ ਜੋ ਕਹਿੰਦਾ ਮੈਂ ਕਰਤਾ। 370 ਧਾਰਾ ਖਤਮ ਕਰਤੀ। ਤੁਸੀਂ ਜੰਮੂ ਕਸ਼ਮੀਰ ਵਿੱਚ ਇੱਕ ਬੰਦੇ ਤੇ 10 ਬੰਦੇ ਫੌਜ ਛੱਡੀ ਹੋਈ ਆ, ਉਹ ਫੌਜ ਹਟਾ ਲਓ, ਪਤਾ ਲੱਗ ਜੂਗਾ ਇਹਨੂੰ ਮੋਦੀ ਕਿੱਥੇ ਆ। ਬਿਲਕੁਲ ਠੀਕ ਨਹੀਂ। ਇਹ ਆਈ ਆ ਜਿਹੜੇ ਅਲਪਸੰਖ ਨੇ, ਅਸੀਂ ਸਿੱਖ ਆ, ਮੁਸਲਮਾਨ ਆ, ਇਹਨਾਂ ਤੇ ਅਤਿਆਚਾਰ ਹੋ ਰਿਹਾ। हरियाणा से मैं ये लड़ाई जो चल रही है ना, ये केवल किसान की लड़ाई नहीं है, ये गरीब मजदूर किसान मुस्लिम सबकी लड़ाई है। ठीक है, इसलिए मैं प्रोटेस्ट करने के लिए आया हूँ। हरियाणा से सोनीपत कथुरा मेरा गांव है, और मैं एक नारे के साथ आपने अपनी बात रखना चाहूंगा। ए मोदी सोदी मुर्दाबाद, मुर्दाबाद, खट्टर पट्टर मुर्दाबाद, मुर्दाबाद, हमारी लड़ाई जिंदाबाद, हरियाणा किसान एकता जिंदाबाद, वो सर्व समाज एकता जिंदाबाद। देखो मैडम जी, ਅੱਜ ਖੱਟਰ ਸਰਕਾਰ ਦਾ ਬਿਆਨ ਆਇਆ ਵੀ ਜਿਹੜੇ ਹਰਿਆਣਾ ਸਰਕਾਰ ਦੇ ਸਾਡੇ ਕਿਸਾਨ ਨੇ ਉਹ ਤਾਂ ਪਹੁੰਚੀ ਨਹੀਂ ਇੱਥੇ। ਆ ਹੁਣ ਹਰਿਆਣਾ ਸਰਕਾਰ ਇਹ ਹਰਿਆਣੇ ਵਾਲੇ ਨੇ, ਇਹ ਸਾਡੇ ਭਾਈ ਨੇ, ਇਹ ਹਰਿਆਣੇ ਦੇ ਭਾਈ ਨੇ। ਉਹ ਤੋਂ ਬਾਅਦ ਦੇਖੋ ਜੀ, ਇਹ ਕੱਲਾ ਸਾਡਾ ਨਹੀਂ ਹੈਗਾ, ਇਹ ਸਾਰੇ ਪ੍ਰਦੇਸ਼, ਬਿਹਾਰ, ਯੂਪੀ, ਸਾਰੇ ਪੰਜਾਬ, ਯੂਪੀ, ਹਰਿਆਣਾ, ਬੰਗਾਲ, ਜਿਹੜੇ किसान ਨੇ ਸਾਰੇ ਸਾਡੇ ਨਾਲ ਨੇ। और हमारे बड़े भाई मैडम जी ऐसा है, देखिए बीजेपी मतलब मनुवाद, मनुवाद मतलब संविधान खत्म। 2 बातें हैं, या तो संविधान लागू हो या मनुवाद लागू हो। ठीक है, अगर बीजेपी है तो मनुवाद है, और मनुवाद है तो आप समझते हैं ना, एक अपर है और लोअर है। समझ गए पूरी बात को, मैं बोलना नहीं चाहूंगा। और पंजाब तुम आगे बढ़ो, हरियाणा तुम्हारे साथ है। पंजाब तुम आगे बढ़ो, हरियाणा तुम्हारे साथ है। पंजाब तुम आगे बढ़ो। ਜਿਹੜਾ ਸਿਰ ਚੱਲ ਰਿਹਾ ਸੰਵਿਧਾਨ, ਡਾਕਟਰ ਭੀਮ ਰਾਓ। ਐ ਕਰ ਗੱਲ ਸੁਣ ਪੁੱਤ ਮੇਰਿਆ, ਇੱਕ ਗੱਲ ਸੁਣੀ ਮੇਰੀ। ਇਹ ਬੁੜੀਆਂ ਤਾਂ ਰੋਟੀ ਲਾਉਣੀ ਆ ਪ੍ਰਾਂਤ ਦੇ ਵਿੱਚ ਆਟਾ ਗੁੰਨਦੀਆਂ। ਆਹ ਦੇਖ ਅਸੀਂ ਬਾਲਟੀ 'ਚ ਗੁੰਨ ਰਹੇ ਹਾਂ। ਰੋਟੀ ਤਾਂ ਬਣਾ ਕੇ ਖਾਣੀ ਪੈਣੀ ਆ ਪੁੱਤਰਾ। ਘਰ ਆਟਾ ਗੁੰਨਦੇ ਸੀ ਕਿ ਨਹੀਂ ਗੁੰਨਦੇ ਸੀ? ਨਾ ਘਰ ਬੁੱਗੇ ਘਰ ਕਿੱਥੇ ਗੁੰਨੇ ਆ। ਚਲੋ ਚੰਗੀ ਗੱਲ ਸਿੱਖ ਰਹੇ ਹੋ। ਸਿੱਖ ਰਹੇ ਆ। ਹੁਣ ਦੇਖੋ ਘਰ ਤਾਂ ਪ੍ਰਾਂਤ 'ਚ ਗੁੰਨਦੇ ਤੇ ਉਰੇ ਗੁੰਨ ਰਹੇ ਆ ਬਾਲਟੀ 'ਚ। ਪਰ ਨਾਲ ਗੁਰਪੁਰਬ ਵੀ ਮਨਾਇਆ ਜਾ ਰਿਹਾ ਹੈ। ਮਨਾ ਰਿਹਾ ਹੈ। ਸ਼ੁਕਰਗੁਜ਼ਾਰ ਆ ਤੁਹਾਡਾ, ਤੁਸੀਂ ਇਹ ਖਬਰਾਂ ਤੁਹਾਡਾ ਲਾਉਣਾ ਬਹੁਤ
ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ। ਸਪੋਕਸਮੈਨ ਦਾ ਜ਼ਰੂਰ ਕਰਿਓ ਹਿੱਲਾ, ਸਪੋਕਸਮੈਨ ਦਾ ਸਵੇਰੇ। ਹਾਂਜੀ ਮੈਂ ਕਰਾਂ, ਸਵੇਰੇ ਕਰਦੇ ਹੋ। ਮੈਂ ਕਰ ਦਾਂਗੀ। ਮੈਡਮ ਜੀ ਜਿਹੜਾ ਦੇਖੋ ਡੈਮੋਕ੍ਰੇਸੀ ਕੀ ਵਿੱਚ ਹੁੰਦਾ, ਡੈਮੋਕ੍ਰੇਸੀ ਵੀ ਲੋਕਾਂ ਦੀ ਬਾਤ ਸੁਣੀ ਜਾਂਦੀ ਆ, ਪਰ ਮੋਦੀ ਅੱਜ ਕੀ ਕਰਦਾ, ਮਨ ਦੀ ਬਾਤ। ਉਹ ਆਪਣੇ ਮਨ ਦੀ ਬਾਤ ਕਰਦਾ, ਸਾਡੇ ਮਨ ਦੀ ਬਾਤ ਸੁਣੀ ਆ ਜਰਾ ਅਸੀਂ ਨੇ ਕਿਹਾ ਵੀ ਸਾਨੂੰ ਦੁੱਗਣੀ ਆਮਦ ਦੀ ਲੋੜ ਨਹੀਂ। ਜਿਹੜਾ ਸਮਾਂ ਐਮਐਸਪੀ ਚੱਲਦਾ, ਦੇਖੋ ਜੀ ਆੜਤੀ ਆ, ਅਸੀਂ ਆੜਤੀ ਨਾਲ ਜੁੜੇ ਹੋਏ ਹਾਂ। ਉਹ ਕੀ ਕਹਿ ਰਿਹਾ ਮੋਦੀ ਦਾ, ਉਹਦੇ ਵਾਡੇ ਨੇ ਕੀ ਆ ਵੀ ਆੜਤੇ ਤੁਹਾਡਾ ਵਿਚੋਲਾ ਨੂੰ ਖਤਮ ਕਰ ਰਹੇ ਆ। ਪਰ ਮੈਨੂੰ ਐ ਦੱਸੋ ਮੈਡਮ ਜੀ, ਸਮਝਦਾਰ ਹੋ ਸੀ ਸਾਰੇ ਟੀਵੀ ਚੈਨਲ ਵਾਲੇ, ਅਸੀਂ ਰਾਤ ਨੂੰ ਸਾਡਾ ਕੋਈ ਜਵਾਕ ਬਿਮਾਰ ਹੋ ਗਿਆ, ਕੋਈ ਹੋਰ ਹੋ ਗਿਆ, ਸਾਨੂੰ ਬੈਂਕ ਪੈਸਾ ਦੇ ਦੂਗੀ? ਅਸੀਂ ਆੜਤੇ ਕੋਲ ਰਾਤ ਨੂੰ ਗੇਟ ਖੜਕਾਉਣਾ ਵੀ ਸਾਨੂੰ 2 ਲੱਖ ਦੀ ਲੋੜ ਆ, ਲੱਖ ਦੀ ਲੋੜ ਆ, ਸਾਡੇ ਕੋਲ ਪਹੁੰਚਾਊਗਾ। ਸਾਡੀ ਤੂੰ ਸਾਡੇ ਨਾਲ ਤਾਨਾ ਚਾਹੀਦਾ ਨਹੀਂ ਕਰ ਰਿਹਾ। ਅਸੀਂ ਜਾਂਦੇ ਆ, ਇਹ ਨੂੰਹ ਮਾਂ ਦਾ ਰਿਸ਼ਤਾ ਜਿਹੜਾ ਆੜਤੀ ਨਾਲ, ਉਹ ਵੀ ਸਾਡਾ ਖਤਮ ਕਰ ਰਹੇ। ਜਦੋਂ ਮੰਡੀ ਬੋਰਡ ਵਿੱਚ ਅਸੀਂ ਜਾਣਾ ਨਹੀਂ, ਮੰਡੀ ਬੋਰਡ 'ਚ ਫਸਲ ਨਹੀਂ ਵਿਕਣੀ, ਇਹਨਾਂ ਨੇ ਕੀ ਕਰਨਾ, ਦੇਖੋ ਸਾਨੂੰ ਲਾਲਚ ਦੇਣਗੇ, ਪਹਿਲਾਂ ਪਵਾਰੀ ਕੋਲ ਫਸਲ ਖਰੀਦੋ, ਵੇਚੋ, 2200 ਲੱਗੂ ਤੁਹਾਨੂੰ। ਮੰਡੀ ਵਿੱਚ ਥੋੜਾ ਐਮਐਸਪੀ ਰੇਟ ਆ 1880, ਪਰ ਇਹਨਾਂ ਨੇ ਕੀ ਕਰਨਾ, ਹੌਲੀ ਹੌਲੀ ਕੀ ਕਰਦਾ, ਉੱਥੋਂ ਖਤਮ ਕਰ ਦੇਣਾ ਵੀ ਮੰਡੀ ਵਿੱਚ ਤਾਂ ਕਿਸਾਨ ਜਾਂਦੇ ਨਹੀਂ, ਮੰਡੀ ਬੋਰਡ ਖਤਮ ਕਰ। ਪਰ ਜਿਹੜਾ ਸਾਡਾ ਆੜਤੀ ਨਾਲ ਰਿਸ਼ਤਾ ਸੀ ਉਹ ਖਤਮ ਕਰ ਰਹੇ ਨੇ ਸਾਡਾ। ਉਹਦੇ ਬਿਨਾ ਹੋਣਾ ਚਾਹੀਦਾ ਜੀ, ਉਹ ਲਾਗੂ ਹੋਣਾ ਚਾਹੀਦਾ। ਮੋਦੀ ਆਪਣੀ ਤਾਂ ਗੱਲ ਸੁਣਾਈ ਜਾਂਦਾ, ਕੋਈ ਸਾਡੀ ਵੀ ਸੁਣ ਲਵੇ। ਤੁਸੀਂ ਕੀ ਕਰਨਾ ਹੋ, ਸਾਡੀ ਵੀ ਮਨ ਕੀ ਬਾਤ ਸੁਣਨੀ ਚਾਹੀਦੀ ਹੈ। ਜੋ ਜ਼ਿਮੀਂਦਾਰ ਆਏ ਆ, ਅਸੀਂ ਆਏ ਆ, ਸਾਡੀ ਵੀ ਬਾਤ ਸੁਣੋ। ਸਾਡੇ ਮਨ ਇਹ ਕੰਮ ਹੋ ਗਿਆ, ਇਹ ਕੰਮ ਹੋ ਗਿਆ। देखो आर सुनो, मन की बात तो है। आज का दिन हरियाणा में बाजरा नहीं बिक रहा मंडी में, बाजरा 40 मन ਜਿਹੜੀ ਮੱਕੀ ਆ बिक रहा। ਇਹ ਕਿਹੜਾ ਐਮਐਸਪੀ ਆ, हरियाणा के यहाँ बाजरा नहीं बिक ਜਿਹੜੀ ਮੈਡਮ ਜੀ ਐਮਐਸਪੀ ਰੇਟ ਆ ਸਾਡੀ ਮੱਕੀ ਤੇ 1800 ਰੁਪਈਆ। ਅੱਜ ਮੈਂ 800 ਰੁਪਏ ਨੂੰ ਮੱਕੀ ਵੇਚ ਕੇ ਆਇਆ, ਪਰ 35 ਰੁਪਏ ਕਿਲੋ ਮੱਕੀ ਦਾ ਆਟਾ ਵਿਕ ਰਿਹਾ। ਪਰ ਉਹ ਮੱਕੀ ਕਿੱਥੋਂ ਆ ਰਹੀ ਮੈਨੂੰ ਇਹ ਦੱਸੋ, ਉਹਦੇ ਵਿੱਚ ਪਾ ਰਹੇ ਨੇ ਕੁਛ? ਉਹਨੇ ਕਿਹਾ 35 ਰੁਪਏ ਆਊਗੀ, ਸਾਡੀ 8 ਰੁਪਏ ਲੱਤੀ। ਸਾਡਾ ਤਾਂ ਮਤਲਬ ਹੀ ਨਹੀਂ ਕੋਈ, ਕਿਸਾਨ ਤਾਂ ਭਰਿਆ ਹੋਇਆ। ਮੇਰੇ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੈ ਔਰ ਉਹ ਕਿੰਨੇ ਦੁਖੀ ਹਨ। ਇਹ ਦੁੱਖਾਂ ਦਾ ਜਿਹੜਾ ਸਮੁੰਦਰ ਹੈ ਨਾ, ਇਹਦੇ ਵਿੱਚ ਇਹਨੂੰ ਥੰਮਣਾ ਮੁਸ਼ਕਿਲ ਹੈ। ਰਾਤ ਢਲ ਗਈ ਹੈ ਪਰ ਲੰਗਰ ਖਤਮ ਨਹੀਂ ਹੋਇਆ। ਅਸੀਂ ਦੇਖਿਆ ਕਿਸ ਤਰ੍ਹਾਂ ਟਰਾਲਿਆਂ ਵਿੱਚ ਲੰਗਰ ਚੱਲ ਰਿਹਾ, ਪਰ ਨਾਲ ਹੀ ਅਸੀਂ ਬੰਗਲਾ ਸਾਹਿਬ ਤੋਂ ਜੋ ਲੰਗਰ ਚੱਲ ਰਿਹਾ ਉਹਨਾਂ ਸੇਵਾ ਦੀ ਗੱਲ ਕਰ ਰਹੇ ਹਾਂ। ਸਾਡੇ ਨਾਲ ਕਾਲੂ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸਮੂਹ ਸੰਗਤ ਨੂੰ, ਜਿੱਥੋਂ ਤੱਕ ਵੀ ਮੇਰੀ ਆਵਾਜ਼ ਸੁਣ ਰਹੀ ਹੈ ਸੰਗਤ, ਮੈਂ ਅੱਜ ਦੇ ਗੁਰਪੁਰਬ ਦੇ ਪਾਵਨ ਪਵਿੱਤਰ ਦਿਹਾੜੇ ਦੀ ਗੁਰੂ ਨਾਨਕ ਸਾਹਿਬ ਦੀ ਵਧਾਈ ਦਿੰਦਾ। ਲੱਖ ਲੱਖ ਵਧਾਈ ਹੋਵੇ ਜੀ। ਉੱਥਾਂ ਤੇ ਅਸੀਂ ਦੇਖਿਆ ਕਿ ਅੱਜ ਲੰਗਰ ਵਿੱਚ ਖੀਰ ਬਣ ਰਹੀ ਹੈ ਇਲਾਚੀਆਂ ਵਾਲੀ, ਤੁਹਾਡੇ ਵੱਲ ਕੀ ਖਾਸ ਸੇਵਾ ਹੋ ਰਹੀ ਹੈ? ਅੱਜ ਸਵੇਰ ਤੋਂ ਹੀ ਜੀ ਦੇਗ ਤਿਆਰ ਕੀਤੀ ਗਈ ਸੀ, ਦੇਗ ਦਾ ਪ੍ਰਸ਼ਾਦ ਵਰਤਾਇਆ ਗਿਆ ਔਰ ਲੱਡੂਆਂ ਦਾ ਲੰਗਰ ਲਗਾਇਆ ਗਿਆ, ਸਾਰੇ ਸੰਗਤ ਨੂੰ ਛਕਾਇਆ ਗਿਆ। ਉਸ ਤੋਂ ਇਲਾਵਾ ਬਾਕੀ ਜੋ ਲੰਗਰ ਹੈ ਉਹ ਤੇ 24 ਘੰਟੇ ਚੱਲ ਹੀ ਰਿਹਾ ਹੈ ਸੰਗਤ ਵਾਸਤੇ। ਜੀ ਕਿੰਨੇ ਸਾਲਾਂ ਤੋਂ ਤੁਸੀਂ ਗੁਰਦੁਆਰੇ ਵਿੱਚ ਕੰਮ ਨਾਲ ਲੱਗੇ ਹੋਏ ਹੋ, ਪਰ ਕਦੀ ਇਹੋ ਜਿਹਾ ਗੁਰਪੁਰਬ ਮਨਾਇਆ ਹੈਗਾ? ਮੈਂ ਸਮਝਦਾ ਜੀ ਇਹ ਨਾ ਇੱਕ ਇਤਿਹਾਸ ਹੈ, ਇਤਿਹਾਸ ਰਚਿਆ ਗਿਆ ਹੈ ਕਿ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ, ਨਾ ਕੇਵਲ ਸਿੱਖਾਂ ਨੇ ਬਲਕਿ ਸਾਰੇ ਹੀ ਲੋਕ, ਚਾਹੇ ਉਹ ਰਾਜਸਥਾਨ ਤੋਂ ਆਏ, ਹਰਿਆਣੇ ਤੋਂ ਆਏ, ਮੱਧ ਪ੍ਰਦੇਸ਼ ਤੋਂ ਆਏ ਆ, ਸਾਰਿਆਂ ਨੇ ਮਿਲ ਕੇ ਇਹ ਗੁਰਪੁਰਬ ਮੰਗਾਇਆ। ਨਾਲ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ, ਆਪਣਾ ਜੋ ਰੋਸ਼ ਹੈ ਉਹ ਜ਼ਾਹਿਰ ਕਰ ਰਹੇ ਹਾਂ ਸਰਕਾਰ ਦੇ ਕੋਲ, ਤੇ ਨਾਲ ਗੁਰਪੁਰਬ ਮਨਾ ਰਹੇ ਹਾਂ। ਇਹ ਮੈਨੂੰ ਲੱਗਦਾ ਕਿ ਇੱਕ ਬੜਾ ਵੱਡਾ ਇਤਿਹਾਸ ਜਿਹੜਾ ਉਹ ਰਚਿਆ ਗਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਵਕਤ ਲੰਗਰ ਦੀ ਸੇਵਾ ਅਸੀਂ ਦੇਖਿਆ, ਹਰ ਕੋਵਿਡ ਦਾ ਦੌਰਾਨ ਵੀ ਜਾਰੀ ਰਹੀ ਹੈ, ਤੇ ਅੱਜ ਹੁਣ ਕਿੰਨੀ ਤਿਆਰੀ ਹੈ, ਕਦ ਤੱਕ ਨਾਲ ਰਹਿਣ ਦੀ ਤਿਆਰੀ ਹੈ? ਦੇਖੋ ਕੋਵਿਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦਾ ਸ਼ਾਇਦ ਹੀ ਕੋਈ ਕੋਨਾ ਹੋਏ, ਚਾਹੇ ਉਹ ਦਿੱਲੀ ਦੇ ਪਿੰਡ ਸੀ ਜਾਂ ਕਲੋਨੀਆਂ ਸੀ ਜਿੱਥੇ ਗਰੀਬ ਗੁਰਬਾ ਜਨਤਾ ਸੀ, ਹਰ ਜਗ੍ਹਾ ਦੇ ਉੱਤੇ ਲੰਗਰ ਲਗਾਇਆ। ਇਹ ਸਾਡੇ ਆਪਣੇ ਅੰਨਦਾਤਾ ਕਿਸਾਨ ਭਰਾ ਪੰਜਾਬ ਤੋਂ ਆਏ ਆ ਔਰ ਆਪਣੀਆਂ ਜਾਇਜ਼ ਮੰਗਾਂ, ਜਾਇਜ਼ ਹੱਕ ਦੇ ਲੈਣ ਵਾਸਤੇ ਆਏ ਆ। ਇੱਥੇ ਸੜਕਾਂ ਦੇ ਉੱਤੇ ਬੈਠੇ ਤੁਸੀਂ ਦੇਖ ਰਹੇ ਹੋ, ਮੱਛਰ ਸਰਦੀ ਦੇ ਵਿੱਚ ਬੈਠੇ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪਰਨ ਕੀਤਾ ਹੈ ਕਿ ਜਦੋਂ ਤੱਕ ਵੀ ਇਹ ਪ੍ਰੋਟੈਸਟ ਚੱਲੇਗਾ, ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਇਹ ਪ੍ਰੋਟੈਸਟ ਚੱਲੇਗਾ, ਤਦ ਤੱਕ ਲੰਗਰ ਦੀ ਸੇਵਾ ਇਹ ਨਿਰੰਤਰ ਜਾਰੀ ਰਹੇਗੀ। ਚਾਹੇ ਉਹ ਕੁੰਡਲੀ ਬਾਰਡਰ ਤੇ ਹੋਏ, ਚਾਹੇ ਬਹਾਦਰਗੜ੍ਹ ਬਾਰਡਰ ਤੇ ਹੋਏ,
ਚਾਹੇ ਜਿਹੜੀ ਦਿੱਲੀ ਦੇ ਵਿੱਚ ਜਿੱਥੇ ਵੀ ਕਿਤੇ ਹੋਰ ਜਗ੍ਹਾ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਲੰਗਰ ਇਸੇ ਤਰ੍ਹਾਂ ਲਗਾਏ ਜਾਣਗੇ ਔਰ ਇਸ ਸੇਵਾ ਦੇ, ਇਹਨਾਂ ਦੀ ਸੇਵਾ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਰਹੇਗੀ। ਅਸੀਂ ਦੇਖਦੇ ਦਿੱਲੀ ਵਿੱਚ ਕੋਵਿਡ ਦਾ ਕਹਿਰ ਵੀ ਬਹੁਤ ਜ਼ਿਆਦਾ ਹੈਗਾ ਤੇ ਤੁਹਾਨੂੰ ਕੀ ਲੱਗਦਾ ਅਸਲੀਅਤ ਇੱਥੇ ਜਿਹੜੇ ਅਸੀਂ ਦੇਖਿਆ ਬੇਖੌਫ ਘੁੰਮ ਰਹੇ ਨੇ, ਸੋ ਤੁਹਾਡੇ ਦਿਮਾਗ ਵਿੱਚ ਡਰ ਨਹੀਂ ਆ ਰਿਹਾ ਕਿ ਇੱਥੇ ਕੋਵਿਡ ਫੈਲ ਜਾਏਗਾ? ਕਿਉਂਕਿ ਖੱਟਰ ਸਾਹਿਬ ਨੇ ਬਾਰਡਰ ਹੀ ਬੰਦ ਕਰ ਦਿੱਤੇ ਸੀ ਕੋਵਿਡ ਦੇ ਡਰ ਨਾਲ। ਦੇਖੋ, ਮੈਂ ਹੈਰਾਨ ਹੈ ਖੱਟੜ ਸਾਹਿਬ ਦੀ ਸਟੇਟਮੈਂਟ ਤੋਂ ਵੀ ਕਿ ਕੋਵਿਡ ਅਜੇ ਰੀਸੈਂਟਲੀ 10 ਦਿਨ ਨਹੀਂ ਹੋਏ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਈ ਹੈ। ਤੁਸੀਂ ਦੇਖਿਆ ਕਿ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਭੀੜ ਸੀ, ਜੇ ਨਾ ਕਿਸੇ ਨੇ ਮਾਸਕ ਪਾਇਆ ਸੀ ਤੇ ਨਾ ਹੀ ਉੱਥੇ ਕੋਈ ਕੋਵਿਡ ਦੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਹੋਈ ਸੀ। ਉਸ ਟਾਈਮ ਖੱਟੜ ਸਾਹਿਬ ਨੂੰ ਕੋਵਿਡ ਦੀ ਯਾਦ ਨਹੀਂ ਆਈ। ਹੁਣ ਇਹ ਅਗਰ ਕਿਸਾਨ ਆਏ ਆ, ਪਹਿਲਾਂ ਤਾਂ ਇਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਫਿਰ ਇਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਫਿਰ 10-10 ਫੁੱਟ ਦੇ ਰੋਡ ਜਿਹੜੀ ਆ ਉਹ ਖੋਦ ਦਿੱਤੀ ਗਈ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਫੇਲ ਕੀਤਾ ਜਾਏ। ਲੇਕਿਨ ਮੈਂ ਸਦਕੇ ਜਾਣਾ, ਮੈਂ ਸਲਾਮ ਕਰਦਾ, ਸਲੂਟ ਕਰਦਾ ਕਿਸਾਨਾਂ ਨੂੰ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰੀ ਮੋਰਚੇਬੰਦੀ ਨੂੰ ਫੇਲ ਕਰਕੇ ਔਰ ਉਸ ਦੇ ਉੱਤੇ ਫਤਿਹ ਕਰਕੇ ਇੱਥੇ ਪਹੁੰਚੇ ਆ। ਤੇ ਮੈਂ ਸਮਝਦਾ ਇਹ ਜੋ ਇਹਨਾਂ ਦਾ ਜੋਸ਼ ਹੈ, ਜੋ ਜਜ਼ਬਾ ਹੈ, ਇਹਦੇ ਸਾਹਮਣੇ ਕੋਵਿਡ ਫੇਲ ਹੈ। ਇੱਥੇ ਕੋਈ ਘਾਟ ਤੇ ਨਹੀਂ ਆ ਰਹੀ ਵਲੰਟੀਅਰਸ ਦੀ ਸੇਵਾ ਕਰਨ ਦੀ? ਕੁਝ ਕੋਵਿਡ ਦਾ ਕਹਿ ਰਹੇ ਵੀ ਕਹਿੰਦੇ ਦਿੱਲੀ ਵਿੱਚ ਸ਼ਮਸ਼ਾਨ ਘਾਟਾਂ ਭਰੀਆਂ ਹੋਈਆਂ, ਜਗ੍ਹਾ ਨਹੀਂ ਮਿਲ ਰਹੀ, ਤੇ ਇੱਥੇ ਤੁਹਾਨੂੰ ਕੋਈ ਘਾਟ ਮਹਿਸੂਸ ਹੋ ਰਹੀ ਹੈ ਸਾਡੇ ਕਮਿਊਨਿਟੀ ਵੱਲੋਂ? ਇੱਥੇ ਮੈਂ ਤੁਹਾਨੂੰ ਅਗਰ ਸੱਚਾਈ ਦੱਸਾਂ ਤੇ ਦਿੱਲੀ ਦੀਆਂ ਸੰਗਤਾਂ ਨੂੰ ਅਸੀਂ ਰੋਕ ਕੇ ਰੱਖਿਆ ਹੋਇਆ ਹੈ। ਸਾਡੇ ਕੋਲ ਇੰਨੇ ਫੋਨ ਆ ਰਹੇ ਆ ਕਿ ਤੁਸੀਂ ਦੱਸੋ ਅਸੀਂ ਕਿਹੜੀ ਸੇਵਾ ਲੈ ਕੇ ਆਈਏ, ਰਸਦ ਦੀ ਸੇਵਾ ਲੈ ਕੇ ਆਈਏ, ਲੰਗਰ ਦੀ ਸੇਵਾ ਲੈ ਕੇ ਆਈਏ, ਸੇਵਾ ਕਰਨ ਵਾਸਤੇ ਆਈਏ। ਲੇਕਿਨ ਅਸੀਂ ਕਹਿੰਦੇ ਜੀ ਜਦੋਂ ਲੋੜ ਹੋਏਗੀ ਤੁਹਾਨੂੰ ਜ਼ਰੂਰ ਦੱਸਾਂਗੇ। ਬਾਕੀ ਵਲੰਟਰਲੀ ਜਿੰਨਾ ਆਉਣਾ ਚਾਹੁੰਦੇ ਉਹ ਜ਼ਰੂਰ ਆ ਰਹੇ ਆ। ਬਹੁਤ ਜੋਸ਼ ਹੈ ਦਿੱਲੀ ਦੀਆਂ ਸੰਗਤਾਂ ਦੇ ਵਿੱਚ, ਇਸ ਤਰ੍ਹਾਂ ਦੀ ਕੋਈ ਘਾਟ ਵਾਲੀ ਗੱਲ ਨਹੀਂ ਹੈ। ਔਰ ਜੋ ਸਿੱਖ ਸੰਗਤ ਹੈ ਦਿੱਲੀ ਦੀ, ਉਹਨਾਂ ਦਾ ਇੰਨਾ ਜਜ਼ਬਾ ਹੈ ਕਿ ਉਹ ਇਸ ਸਮੇਂ ਮਤਲਬ ਇਹ ਪੰਜਾਬ ਦੇ ਜਿਹੜੇ ਕਿਸਾਨ ਆਏ ਆ ਇਹਨਾਂ ਦੇ ਨਾਲ ਸੇਵਾ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਖੜੇ ਆ, ਹਰ ਤਰ੍ਹਾਂ ਦੇ ਨਾਲ, ਚਾਹੇ ਉਹ ਤਨ ਮਨ ਧਨ ਦੇ ਨਾਲ, ਹਰ ਤਰ੍ਹਾਂ ਨਾਲ ਜੋ ਵੀ ਜਿੱਥੇ ਵੀ ਲੋੜ ਹੋਏਗੀ ਦਿੱਲੀ ਦੀਆਂ ਸੰਗਤਾਂ ਇਹਨਾਂ ਦੇ ਨਾਲ ਖੜੀਆਂ। ਤੁਸੀਂ ਦੇਖਿਆ ਸਰਕਾਰਾਂ ਜ਼ਰੂਰ ਡਰੀਆਂ ਹੋਈਆਂ, ਸਰਕਾਰਾਂ ਘਬਰਾ ਜਾਂਦੀਆਂ, ਪਰ ਜਿਹੜਾ ਪੰਜਾਬੀਆਂ ਦਾ ਦਿਲ ਹੈ, ਭਾਵੇਂ ਦਿੱਲੀ ਵਿੱਚ ਹੋਣ ਪੰਜਾਬ ਵਿੱਚ ਹੋਣ, ਦਿਲ ਅਜੇ ਖੁੱਲੇ ਨੇ, ਵੱਡੇ ਨੇ। ਸੋ ਆਓ ਦੇਖੋ ਜੀ ਲੰਗਰ ਦੀ ਸੇਵਾ ਕਿਸ ਤਰ੍ਹਾਂ ਚੱਲ ਰਹੀ ਹੈਗੀ ਹੈ। ਖਾਸ ਪ੍ਰਸਾਦੇ ਗੁਰਪੁਰਬ ਲਈ ਚੱਲ ਰਹੇ ਨੇ। ਸਾਡੇ ਨੌਜਵਾਨ ਨੇ ਜੋ ਸੇਵਾ ਕਰਨ ਆਏ ਲੰਗਰ ਦੀ, ਪੜ੍ਹਦੇ ਨੇ, ਸੋ ਕਿਸਾਨ ਨਹੀਂ ਹੋ ਤੁਸੀਂ ਸਾਰੇ? ਨਹੀਂ, ਆਪਾਂ ਸਟੂਡੈਂਟ ਨੇ, BBA ਕਰਦੇ ਜੀ। ਤੁਸੀਂ ਵੀ? ਮੇਰਾ ਜੀ ਟਰਾਂਸਪੋਰਟ ਦਾ ਬਿਜ਼ਨਸ ਹੈ ਜੀ। ਇੱਥੇ ਕਿਸ ਜੋਸ਼ ਨਾਲ ਆਏ, ਕੀ ਸੋਚ ਕੇ ਆਏ ਹੋ? ਜੋਸ਼ ਨਾਲ ਸਾਡੇ ਭਰਾ ਸਾਰੇ ਇੱਧਰ ਬੈਠੇ ਆ, ਸਾਰੇ ਫਾਰਮਰ ਸਾਡੇ ਭਰਾ ਨੇ, ਰੋਟੀ ਪ੍ਰਦਾਨ ਕਰਦੇ ਜਿਹੜੇ ਸਾਨੂੰ, ਤੇ ਸਾਡਾ ਬਣਦਾ ਹੀ ਆਉਣਾ, ਬਣਦਾ ਸਾਰਿਆਂ ਦਾ। ਵੈਸੇ ਅਪੀਲ ਤਾਂ ਇਹੀ ਹੈ ਕਿ ਸਾਰੇ ਪਹੁੰਚਣ, ਪਰ ਆਉਂਦੇ ਨਹੀਂ ਸਾਰੇ। ਪਤਾ ਨਹੀਂ ਕੀ ਡਰ ਸਰਕਾਰਾਂ ਦੇ, ਇਦਾਂ ਦੀ ਕੋਈ ਗੱਲ ਨਹੀਂ। ਵੈਸੇ ਕੋਈ ਗਲਤ ਮੰਗ ਨਹੀਂ ਕਰਦੇ, MSP ਡਿਮਾਂਡ ਕਰਦੇ, ਉਹ ਦੇਣੀ ਚਾਹੀਦੀ। ਮਿਨੀਮਮ ਸਪੋਰਟ ਪ੍ਰਾਈਸ ਹਰ ਚੀਜ਼ ਦਾ ਦੇਣਾ ਚਾਹੀਦਾ ਇੱਕ। ਤੁਸੀਂ ਵੀ ਮੰਨਦੇ ਹੋ ਉਹਨਾਂ ਦੀ ਜਿਹੜੀ ਮੰਗ ਹੈ ਜਾਇਜ਼ ਹੈ? ਬਿਲਕੁਲ ਜੀ, ਜਾਇਜ਼ ਹੈ ਜੀ। ਮਤਲਬ ਆਬਵੀਅਸਲੀ ਗੱਲ, ਅਗਲੇ ਮਿਹਨਤ ਕਰਦੇ ਆ ਉੱਥੇ, ਸਾਰਾ ਕੁਝ ਇਹਨੇ ਖੂਨ ਪਸੀਨਾ ਇੱਕ ਕਰਕੇ ਅਗਲੇ ਫਸਲਾਂ ਉਗਾ ਰਹੇ ਆ, ਕਰ ਰਹੇ ਆ, ਬਟ ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਨਹੀਂ ਰਿਟਰਨ ਮਿਲ ਰਿਹਾ ਤੇ ਠੀਕ ਆ, ਉਹਨਾਂ ਦਾ ਜਾਇਜ਼ ਹੈ ਕਹਿਣਾ। ਤੁਸੀਂ ਵੀ ਸਾਰੇ ਪੜ੍ਹਦੇ ਹੋ ਇੱਥੋਂ, ਸੇਵਾ ਕਰਨ ਆਏ? ਹਾਂਜੀ ਹਾਂਜੀ। ਤੇ ਰੋਜ਼ ਆਉਂਦੇ ਹੋ ਸੇਵਾ ਕਰਨ? ਹਾਂਜੀ, ਰੋਜ਼ ਹੀ ਆਈਦਾ। ਮਤਲਬ 2 ਦਿਨ ਹੋ ਗਏ ਸਾਨੂੰ ਆਉਣ ਡੇ ਆਪਾਂ। ਅੱਛਾ, ਤੇ ਹੁਣ ਜਾਰੀ ਰਹੇਗੀ ਸੇਵਾ? ਬਿਲਕੁਲ ਜੀ, ਬਿਲਕੁਲ। ਜਦ ਤੱਕ ਮੰਨਦੇ ਨਹੀਂ, ਸਰਕਾਰਾਂ ਨੂੰ ਮੰਨਣਾ ਹੀ ਪੈਣਾ। ਕੋਵਿਡ ਦਾ ਡਰ ਨਹੀਂ ਹੈ ਦਿੱਲੀ ਵਿੱਚ? ਹੈਗਾ ਪਰ ਹੁਣ ਹਾਂਜੀ ਡਰ ਤਾਂ ਹੈਗਾ ਹੀ ਹੈ। ਹੁਣ ਉਹ ਵੀ ਤਾਂ ਆਏ ਆ ਇੰਨੀ ਦੂਰੋਂ, ਡਰ ਤਾਂ ਸਭ ਨੂੰ ਹੀ ਹੈਗਾ, ਡਰ ਤਾਂ ਤੁਹਾਨੂੰ ਵੀ ਹੈਗਾ, ਸਾਰੇ ਨੂੰ, ਬਟ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਸਾਰੇ ਆਏ ਨੇ। ਤੁਸੀਂ ਕਿੰਨੇ ਸਾਲ ਦੇ ਹੋ? ਮੈਂ 19। ਤੁਸੀਂ? 21। ਮੈਂ 20 ਸਾਲਾਂ ਦਾ ਜੀ। ਤੇ ਤੁਸੀਂ ਆਪਣੇ ਜਿਹੜੇ ਕਿਸਾਨ ਭਰਾ ਉਹਨਾਂ ਨਾਲ ਗੱਲਾਂ ਕੀਤੀਆਂ, ਉਹਨਾਂ ਨਾਲ ਮਿਲ ਕੇ ਬੈਠ ਕੇ ਬੈਠੇ ਹੋ? ਬਿਲਕੁਲ ਜੀ, ਆਪਾਂ ਕੱਲ ਪੂਰਾ ਦਿਨ ਉੱਥੇ ਬੈਠੇ ਹੋਏਗੇ ਉਹਨਾਂ ਨਾਲ, ਆਪਾਂ ਪੂਰਾ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ। ਜਨਰਲੀ ਜਿਹੜਾ ਰਾਸ਼ਟਰ ਮੀਡੀਆ ਉਹ ਚਾਹੀ ਕਹਿੰਦੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਨਸ਼ਾ ਕਰਦੇ ਨੇ, ਸ਼ਰਾਬ ਕਰਦੇ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਉਹਨਾਂ ਨਾਲ ਗੱਲ ਕਰਕੇ? ਨਸ਼ਾ ਕਰਦੇ, ਹੁਣ ਵੇਖ ਲਓ, ਨਸ਼ਾ ਜੇ ਕਰਦੇ ਹੁੰਦੇ ਤੇ ਬਲੌਕ ਨਹੀਂ ਹੋਣੇ ਇਹ ਹਾਈਵੇ। ਨਸ਼ਾ ਕਰਨ ਵਾਲੇ ਘਰ ਬੈਠੇ ਆ, ਇੰਨਾ ਦੂਰ ਆ ਕੇ ਕੋਈ ਟਰੈਵਲ ਨਹੀਂ ਕਰ ਸਕਦਾ। ਨਸ਼ਾ ਪੱਤਾ ਵਾਲੀ ਗੱਲ ਤੇ ਇਦਾਂ ਹੀ ਜੋੜੀ ਜਾਂਦੇ ਆਪੇ। ਨਸ਼ੇ, ਇੰਨੀ ਨੌਜਵਾਨ ਇਕੱਠਾ ਹੋਣਾ, ਉਸ ਤੋਂ ਬਾਅਦ ਅੱਜ ਗੁਰਪੁਰਬ ਹੈ, ਅੱਜ ਲੰਗਰ ਕਰਨਾ, ਦੂਰ ਦੂਰ ਤੋਂ ਸੰਗਤ ਆਉਣ ਡਈ, ਲੰਗਰ ਵੀ ਖਵਾਉਣ ਡਈ ਆ। ਇਹ ਸੌਖੇ ਨਹੀਂ ਕੰਮ ਕਰ ਰਹੇ, ਨਸ਼ੇ ਕਰਨੇ। ਇਹ ਤੇ ਪੰਜਾਬ ਨਾਲ ਬਸ ਜੋੜਿਆ ਵਾ ਇਹਨਾਂ ਨੇ ਨਾ।
ਅਗਲੇ 3-3 400 ਕਿਲੋਮੀਟਰ ਕਵਰ ਕਰਕੇ ਆ ਰਹੇ ਆ ਜੋ ਨਸ਼ੇ ਕਰਦੇ ਆ। ਆਬਵੀਅਸਲੀ ਗੱਲ ਆ ਉਹਨਾਂ ਵਾਸਤੇ ਇਹ ਚੀਜ਼ਾਂ ਪੋਸੀਬਲ ਨਹੀਂ ਆ। ਇੱਕ ਬਣਾ ਰੱਖੀ ਆ ਉੱਦਾਂ ਦੀ ਇਮੇਜ ਉਹਨਾਂ ਦੀ। ਬਾਕੀ ਇਹ ਚੀਜ਼ਾਂ ਚੰਗਾ ਲੱਗ ਰਿਹਾ ਦੇਖ ਕੇ ਕਿ ਵੀ ਜੋ ਇਮੇਜ ਸੀ ਬਹੁਤ ਹਿਸਟਰੀ ਕ੍ਰੀਏਟ ਹੋਈ ਜੀ। ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਜੀ ਸਾਡੇ ਲਈ ਤੇ ਹੋਣਾ ਵੀ ਚਾਹੀਦਾ ਸੀ। ਮੈਡਮ ਜੇ ਨਸ਼ਾ ਕਰਦੇ ਹੁਣ ਦੇਖੋ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਕਿੰਨੀ ਧੂਮਧਾਮ ਨਾਲ ਮਨਾ ਰਹੇ ਆ। ਨਸ਼ੇ ਵਾਲੇ ਲੋਕ ਕੋਈ ਐਦਾਂ ਮਨਾਉਂਦੇ? ਇਹ ਮੇਰੇ ਪਾਤਸ਼ਾਹ ਦੀ ਉਹ ਕੌਮ ਆ ਜੋ ਕਿਸੇ ਦੇ ਦਬਾਇਆ ਨਹੀਂ ਦਬਦੀ। ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਮੋਰਚਾ ਅਸੀਂ ਜਿੱਤਿਆ ਤੇ 10ਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ ਆ ਰਿਹਾ, ਅਸੀਂ ਹੋਰ ਧੂਮਧਾਮ ਦੇ ਨਾਲ ਬੜੀ ਵਧੀਆ ਤਰੀਕੇ ਨਾਲ ਮਨਾਵਾਂਗੇ। ਚਲੋ ਉਮੀਦ ਕਰਦੇ ਹਾਂ ਉਹ ਵਾਪਸ ਘਰ ਮਨਾਇਆ ਜਾਏ। ਹਾਂਜੀ ਹਾਂਜੀ ਗੱਲ ਇਹ ਆ ਜੀ ਜੇ ਨਸ਼ਾ ਕਰਦੇ ਹੁਣ ਹਫਤੇ ਤੋਂ ਸਾਰੇ ਬੰਦੇ 25 ਤਰੀਕ ਤੋਂ ਘਰਾਂ ਤੋਂ ਨਿਕਲੇ ਆ। ਦੇਖੋ ਇੱਥੇ ਕੌਣ ਨਸ਼ਾ ਸਪਲਾਈ ਕਰਦਾ? ਪੰਜਾਬ ਤਾਂ ਹੈ ਨਹੀਂ, ਇਹ ਦਿੱਲੀ ਹੈ ਨਾ। ਦਿੱਲੀ 'ਚ ਤਾਂ ਕੋਈ ਨਹੀਂ ਦਿੰਦਾ ਇੱਥੇ ਕਿਸੇ ਨੂੰ। ਕਿਹੜਾ ਬੰਦਾ ਵੇਖੋ ਜਿਹੜਾ ਨਸ਼ਾ ਕਰਦਾ ਉਹ ਤਾਂ 2 ਘੰਟੇ ਵੀ ਨਹੀਂ ਕੱਢ ਸਕਦਾ ਨਸ਼ੇ ਤੋਂ ਬਿਨਾਂ। ਤੇ ਇੱਥੇ 7-7 ਦਿਨ ਹੋ ਗਏ ਆ ਤੇ ਉਹ ਵੀ ਇਹ ਨਹੀਂ ਵੀ ਕੋਈ ਬੁਝੇ ਬੈਠੇ ਆ। ਹਰੇਕ ਗੱਜ ਕੇ ਪੂਰਾ ਚੜ੍ਹਦੀ ਕਲਾ ਦੇ ਵਿੱਚ ਸਿੰਘ ਗੱਜਦੇ ਆ ਪੂਰੀ ਸਾਰੇ ਦਿਨ ਤੇ ਪੂਰਾ ਆਪਦਾ ਧੂਮ-ਧਾਮ ਨਾਲ ਰਹਿੰਦੇ ਆ ਜੀ। ਤਾਂ ਅਸੀਂ ਦੇਖਿਆ ਕਿੱਦਾਂ ਦਿੱਲੀ ਦੇ ਨੌਜਵਾਨ ਵੀ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਕੇ ਖੁਸ਼ ਹੋ ਰਹੇ ਨੇ ਤੇ ਉਹਨਾਂ ਦੀ ਲਈ ਸੇਵਾ ਕਰਨ ਆਏ ਨੇ ਕਿ ਸਾਡੇ ਭਰਾ ਆਏ ਨੇ ਤੇ ਉਹਨਾਂ ਦੀ ਲੜਾਈ ਵਿੱਚ ਅਸੀਂ ਹਿੱਸਾ ਬਣਾਂਗੇ। ਇੱਥੇ ਆਏ ਦੇਖੋ ਲੰਗਰ ਦਾ ਚੱਲ ਰਿਹਾ, ਅੱਜ ਖੀਰ ਵੀ ਬਣ ਰਹੀ ਕਿਉਂਕਿ ਗੁਰਪੁਰਬ ਹੈ। तो बाबा जी तुसी खीर आप काट रहे हो? हाँ जी आप बना रहे हैं जी। पहला कभी बनाई सी घरे कि नहीं? चलदा ये काम ही चलदा बाबे बनाउंदे रहने लंगरां च बनाउंदे रहने जी ਅਸੀਂ बहुत ਵਧੀਆ। ਬਾਬੇ ਨਾਨਕ ਦਾ ਜਨਮ ਦਿਨ ਮਨਾ ਰਹੇ ਹਾਂ ਭਾਈ। ਹਾਂ ਨਾਲੇ ਆਪਣਾ ਬਾਬੇ ਨਾਨਕ ਦਾ ਜਨਮ ਦਿਨ ਮਨਾ ਰਹੇ ਹਾਂ ਅੱਜ। ਨਾਲੇ ਮੋਦੀ ਦੀ ਮਕਾਨ ਦੇ ਰਹੇ ਹਾਂ। ਹਾਂਜੀ ਮੋਦੀ ਦੀ ਮਕਾਨ ਦੇ ਰਹੇ ਇਹਦੇ ਨਾਲੇ ਇਹ ਖਬਰ ਤਾਂ ਦਿਖਾਣੀ ਜੀ ਆਪਣੇ ਹੱਕ ਲੈਣ ਆਇਆ ਮੋਦੀ ਸਾਹਿਬ ਨੇ। ਜ਼ਰੂਰ ਦਿਖਾਓ ਜੀ ਆ ਕੱਟੇ ਨਾ ਕਰੋ ਸਾਡੀ ਲਾਖ ਦਵਾਇਆ ਪਤਾ ਲੱਗਣਾ ਚਾਹੀਦਾ। ਉਹਨੂੰ ਪਤਾ ਲੱਗ ਜਾਏ ਮੋਦੀ ਨੂੰ ਵੀ ਆਏ ਵੇ ਉੱਥੇ ਉਹਨਾਂ ਨੂੰ ਵੀ ਖੀਰ ਭੇਜ ਦੇਣੀ ਸੀ। ਹਾਂ ਵੀ ਖੀਰ ਮੋਦੀ ਨੂੰ ਆ ਕੇ ਖੀਰ ਖਾ ਕੇ ਵੀ ਲੰਗਰ ਖੁੱਲਾ ਸੱਦਾ ਸਾਰੀ ਸੰਗਤ ਨੂੰ ਕੋਈ ਕਿਸੇ ਨਾਲ ਸਾਰੀ ਸੰਗਤ ਦਾ ਮੋਦੀ ਨੂੰ ਵੀ ਕਿਹਾ ਵੀ ਆ ਵੀ ਖਾ ਲੰਗਰ। ਹਾਂ ਵੀ ਲੰਗਰ ਛਕੋ ਉੱਥੇ ਵੀ ਪਲੇਟਾਂ ਮੈਂ ਖਾਈਏ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਰਨੋਂ ਮੋਲਣਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ। ਜੈ ਕਿਸਾਨ ਜੈ ਜਵਾਨ। ਬਾਬਾ ਜੀ ਬੁਲਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਮੋਦੀ ਨੂੰ ਆਇਆ ਕਹਿ ਰਹੇ ਹਾਂ ਵੀ ਆ ਕੇ ਲੰਗਰ ਸਾਡਾ ਤਾਂ ਛਕ ਲਵੇ। ਜੇ ਸਾਨੂੰ ਨਹੀਂ ਖਿਲਾਉਣਾ ਉਹਨੇ ਅਸੀਂ ਆਪਣਾ ਲੰਗਰ ਪਕਾਇਆ ਬਾਰੇ ਖੀਰ ਖਾਵੇ ਚਾਹੇ ਕਣਾ ਸਬਜ਼ੀ ਖਾਵੇ ਜੋ ਮਰਜੀ ਖਾ ਕੇ ਤਾਂ ਦੇਖੇ ਸਾਡਾ ਲੰਗਰ ਆ ਕੇ। ਇਹ ਭਾਂਡੇ ਧੋਵੇ ਸਾਡੇ ਬਰੋਬਰ। ਅਸੀਂ ਤਾਂ ਅਜਾ ਦੇਸ਼ ਲਈ ਉਹ ਕਰ ਰਹੇ ਹਾਂ। ਉਹਨਾਂ ਨੇ ਬੜੀ ਸੇਵਾ ਕੀਤੀ ਹੈ, ਚਾਹ ਵੇਚੀ ਹੈ। ਹਾਂ ਤਾਂ ਹੀ ਬੜੀ ਸੇਵਾ ਕੀਤੀ। ਉਹਨੇ ਕਰਾ ਬਿਜ਼ਨਸ ਉਹਨੇ ਸੇਵਾ ਨਹੀਂ ਕਰੀ ਉਹਨਾਂ ਨੇ ਬਿਜ਼ਨਸ ਕਰਿਆ। ਸਾਡੀ ਰੋਟੀ ਖੋ ਰਿਹਾ ਸਾਡੀ। ਉਹਨਾਂ ਨੇ ਚਾਹ ਚ ਨਾ ਇਲਾਇਚੀ ਨਹੀਂ ਪਾਈ। ਹਾਂ ਇਲਾਇਚੀ ਨਹੀਂ ਪਾਈ ਉਹਨਾਂ ਨੇ ਚਾਹ ਚ ਇਲਾਇਚੀ ਨਹੀਂ ਪਾਈ ਨਾ ਪਾਇਆ ਮਸਾਲਾ। ਸਾਡੇ ਵਾਲੀ ਚਾਹ ਚ ਇਲਾਇਚੀ ਵੀ ਹੈਗੀ એનર્ਜੀ ਵੀ ਹੈਗੀ ਆ ਪੂਰੀ। ਹਾਂ ਹਰੇਕ ਬੰਦਾ ਇਹ ਚੀਜ਼ ਬੜੀ ਵਧੀਆ ਹੈ। ਲੰਗਰ ਹੈ ਪਰ ਲੰਗਰ ਵਿੱਚ ਸਵਾਦ ਦੀ ਅਸੀਂ ਇੱਥੇ ਜਿਹੜਾ ਪਿੰਡ ਉਸਾਰਿਆ ਹੈ ਇਹਦੇ ਵਿੱਚ ਸਵਾਦ ਦੀ ਘਾਟ ਨਹੀਂ ਹੈ। ਲੱਡੂ ਹੈ ਮੋਤੀਚੂਰ ਦੇ ਸਭ ਤੋਂ ਵਧੀਆ ਦੇਸੀ ਘਿਓ ਵਾਲੇ। ਖੀਰ ਹੈ ਤੇ ਇਲਾਚੀਆਂ ਵਾਲੀ ਬਦਾਮ ਵਾਲੀ। तो चाह है वो भी इलायची मसाले वाली। सो यही खासियत है तुहानू अज दिखाता कि किस तरह इत्थे भी गुरपुरब उसी जोश नाल उसी प्यार नाल मनाया जा रहा है और उही प्यार है जिहड़ा इस मोर्चे नू ताकत दे रहा हैगा। साडे सारे वालों तुहानू गुरपुरब दी लख लख बधाई। हर संघर्ष विचों कुछ ना कुछ वक्रे तरह के सबक भी सीखण नू मिलते हैं। सो असीं गुरदीप नाल बैठे हाँ जिन्हें सुखदीप नाल बैठे हाँ जिन्होंने रोटियां बनानियां सीख लिया। सो सुखदीप किद्दां लग रहा है रोटियां बनांदा है? ਨਹੀਂ ਬਹੁਤ ਵਧੀਆ। ਅਸੀਂ ਇਸ ਸੰਘਰਸ਼ 'ਚ ਆਏ ਆ, ਇੱਥੋਂ ਕੁਝ ਨਵਾਂ ਸਿੱਖ ਕੇ ਚੱਲੇ ਆ ਤਾਂ ਸਾਨੂੰ ਬਹੁਤ ਵਧੀਆ ਫੀਲ ਹੁੰਦਾ ਵੀ ਅਸੀਂ ਇੱਥੇ ਆਏ ਆ, ਘਰੋਂ ਬਾਹਰ ਰਹੇ ਆ ਤਾਂ ਅਸੀਂ ਕੁਝ ਸਿੱਖਿਆ ਨਵਾਂ। ਅੱਛਾ ਤੇ ਕਦੀ ਆਟਾ ਨਹੀਂ ਗੁੰਨਿਆ? ਨਹੀਂ ਕਦੀ ਆਟਾ ਨਹੀਂ ਗੁੰਨਿਆ। ਮੈਂ ਕਿਸੇ ਘਰ ਦੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਤੇ ਇੱਥੇ ਆ ਕੇ ਅੱਜ ਸਾਰੀਆਂ ਰੋਟੀਆਂ ਮੈਂ ਆਪਦੇ ਹੱਥੀਂ ਬਣਾਈਆਂ। ਤੁਸੀਂ ਕਰਦੇ ਕੀ ਹੋ? ਮੈਂ ਖੇਤੀਬਾੜੀ ਕਰਦਾ। ਵਿਆਹੇ ਹੋਏ ਹੋ? ਮੈਂ ਵਿਆਹਿਆ ਹੋਇਆ। ਤੇ ਵੋਟੀ ਤਾਂ ਕਹੇਗੀ ਚੰਗੀ ਟ੍ਰੇਨਿੰਗ ਕਰਕੇ। ਨਹੀਂ ਉਹ ਤਾਂ ਖੁਸ਼ ਨੇ ਸਮਾਂ ਤੇ ਵੀ ਕੰਮ 'ਚ ਹੱਥ ਵਟਾਊ ਆ ਕੇ। ਹੁਣ ਪੇਕੇ ਗਏ ਤੇ ਰੋਟੀ ਤਾਂ ਮਿਲ ਜਾਇਆ ਕਰੂ, ਕਿਸੇ ਕਹਿੰਦੀ ਦੇਖਣਾ ਨਹੀਂ ਪਊਗਾ, ਆਪ ਬਣਾ ਲਾਂਗੇ। ਹੋਰ ਕੀ ਸਿੱਖਿਆ? ਸਬਜ਼ੀ ਬਣਾਉਣੀ ਸਿੱਖੀ ਆ। ਅੱਜ ਅਸੀਂ ਦਾਲ ਬਣਾਈ ਆ, ਉਹ 'ਚ ਵੀ ਹੈਲਪ ਕੀਤੀ ਆ। ਸਿੱਖਿਆ ਕੱਲ ਤੋਂ ਆਪ ਬਣਾਉਣ ਦੀ ਕੋਸ਼ਿਸ਼ ਕਰਾਂ। ਨਹੀਂ ਸਾਨੂੰ ਚੱਲਿਆਂ ਨੂੰ ਤਾਂ ਪਿੰਡੋਂ ਅੱਜ 5ਵਾਂ ਦਿਨ ਆ। ਅਸੀਂ 26 ਤਰੀਕ ਨੂੰ ਘਰੋਂ ਚੱਲ ਪਏ ਸੀ। ਹਾਂਜੀ 26 ਅਜੇ ਤਾਂ 5 ਦਿਨ ਹੋਏ ਤੇ ਜਦ ਤੱਕ ਜਾਓਗੇ ਪੂਰੀ ਟ੍ਰੇਨਿੰਗ ਮਿਲ ਜਾਏਗੀ। ਪੂਰੇ ਟ੍ਰੇਨਡ ਹੋ ਕੇ ਜਾਣਾ। ਸੋ ਆਟਾ ਗੁੰਨਣ ਦਾ ਦਿਖਾਓ ਕਿੱਦਾਂ ਗੁੰਨਦੇ, ਕਿੰਨਾ ਪਾਣੀ ਪਾਈਦਾ ਤੇ ਕਿੰਨਾ ਆਟਾ ਪਾਈਦਾ ਹੁੰਦਾ ਹੈ?
ਨਹੀਂ ਆਟਾ ਉਹ ਜਦੋਂ ਗੁੰਨਦੇ ਆ ਉਹਦੇ ਹਿਸਾਬ ਨਾਲ ਜੋ ਵੀ ਆ ਵੀ ਥੋੜਾ ਕੈੜਾ ਹੋ ਗਿਆ ਜਾਂ ਹੁਣ ਥੋੜਾ ਨਰਮ ਕਰਨਾ ਉਸ ਹਿਸਾਬ ਨਾਲ ਪਾਣੀ ਪਾ ਲਈਦਾ। ਤੇ ਰੋਟੀਆਂ ਗੋਲ ਬਣ ਰਹੀਆਂ ਨੇ? ਰੋਟੀਆਂ ਪੂਰੀਆਂ ਗੋਲ, ਪਹਿਲੇ ਦਿਨ ਥੋੜੀਆਂ ਇੰਡੀਆ ਦਾ ਮੈਪ ਬਣਿਆ, ਹੁਣ ਪੂਰੀ ਗੋਲ ਬਣ ਰਹੀ ਆ। ਤੇ ਸਬਜ਼ੀ ਕਿਹੜੀ ਬਣਾਈ? ਸਬਜ਼ੀ ਅੱਜ ਦਾਲ ਬਣਾਈ ਆ ਅਸੀਂ ਛੋਲਿਆਂ ਦੀ, ਉਹ ਪਈ ਆ। ਤੇ ਹੋਰ ਕਿਉਂ ਨੇ ਇੱਥੇ ਨੌਜਵਾਨ ਜਿਹਨੇ ਕੁਝ ਨਵਾਂ ਸਿੱਖਿਆ ਹੈਗਾ? ਸਾਰੀ ਆ। ਹਾਂਜੀ, ਤੁਹਾਡਾ ਕੀ ਨਾਮ ਹੈ? ਗੁਰਪ੍ਰੀਤ ਸਿੰਘ। ਅਸੀਂ ਤਾਂ ਇਹ ਕੰਮ ਕਰ ਲਿਆ, ਮੋਦੀ ਤੋਂ ਨਹੀਂ ਹੋਣਾ। ਠੀਕ ਆ ਜੀ, ਠੀਕ ਆ। ਤੇ ਬਾਕੀ ਰਹੀ ਗੱਲ ਇਹ, ਜ਼ਿੰਦਗੀ ਚੀਜ਼ ਇਹੋ ਜੀ ਆ, ਹਰ ਟਾਈਮ ਮਹਾਰਾਜ ਨੇ ਜੋ ਬਖਸ਼ਿਸ਼ ਕਰੀ ਆ, ਸਿੱਖ ਬਣ ਕੇ ਰਹਿਣਾ ਚਾਹੀਦਾ, ਸਿੱਖਦੇ ਰਹਿਣਾ ਚਾਹੀਦਾ। ਇਹ ਕਹਿੰਦੇ ਆ ਵੀ ਅਸੀਂ ਹੋਈ ਆ ਬਸ, ਜਿਹੜਾ ਕੋ ਕਰਾਂਗੇ ਅਸੀਂ ਕਰਾਂਗੇ, ਟੱਪਣ ਅਸੀਂ ਵੀ ਨਹੀਂ ਦਿੰਦੇ ਫਿਰ ਕਿਸੇ ਪਾਸੇ ਨੂੰ। ਠੀਕ ਆ ਨਾ ਜੀ, ਕੋਈ ਨਹੀਂ, ਬੈਠੇ ਆ ਇੱਥੇ, ਬੈਠੇ ਰਵਾਂਗੇ ਜਿੰਨਾ ਚਿਰ ਜਿੱਤ ਕੇ ਨਹੀਂ ਜਾਂਦੇ ਉਹਨਾਂ ਚਿਰ ਮੁੜਦੇ ਨਹੀਂ। 6 ਮਹੀਨੇ ਦੇ ਰਾਸ਼ਨ ਦੀ ਪਈ ਆ, 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ ਅਸੀਂ। ਸੋ ਜੇ ਬਾਕੀ ਸੂਬਿਆਂ ਦੇ ਕਿਸਾਨ ਜਾਂ ਕੁੜੀਆਂ ਦੇਖ ਰਹੀਆਂ ਆਪਣੇ ਆਪਣੇ ਮੁੰਡਿਆਂ ਨੂੰ, ਘਰ ਵਾਲਿਆਂ ਨੂੰ ਭੇਜ ਦਿਓ ਇੱਥੇ, ਟ੍ਰੇਨਿੰਗ ਬਹੁਤ ਵਧੀਆ। ਨਹੀਂ ਬਿਲਕੁਲ ਭੇਜਣਾ ਚਾਹੀਦਾ। ਇਸ ਸੰਘਰਸ਼ 'ਚ ਅਸੀਂ ਆਪਣੇ ਜ਼ਮੀਨ ਬਚਾਉਣ ਦੇ ਲਈ ਇਹ ਲੜ ਰਹੇ ਹਾਂ, ਜੋ ਸਾਡੇ ਬਾਪ ਦਾਦਿਆਂ ਨੇ ਸਾਡੇ ਲਈ ਬਣਾਈ ਆ, ਉਹਨੂੰ ਬਚਾਉਣ ਲਈ ਅਸੀਂ ਕਿਸੇ ਵੀ ਲੜਾਈ ਲੜਨ ਲਈ ਤਿਆਰ ਹਾਂ। ਹਾਂ, ਉਹ ਅਸੀਂ ਜਾਣ ਨਹੀਂ ਦਵਾਂਗੇ। ਤੁਸੀਂ ਵੀਰ ਜੀ ਹਾਂਜੀ, ਨਹੀਂ ਅਸੀਂ ਅੱਜ ਹੀ ਆਏ ਹਾਂ, ਸਿੱਖੀ ਜਾਂਦੇ ਨਾਲ ਦੀ ਨਾਲ। ਮੈਂ ਕਿਹਾ ਲੱਗੇ ਹੋਏ ਨੇ ਭਰਾ ਸਾਡੇ ਨਾਲ, ਅਸੀਂ ਵੀ ਹੌਲੀ ਹੌਲੀ ਸਿੱਖੀ ਜਾਣਾ, ਕੁਝ ਨਾ ਕੁਝ ਤਾਂ ਸਿੱਖਣ ਨੂੰ ਮਿਲੂਗਾ ਹੀ। ਨਹੀਂ ਜੇ ਪਕਾਉਣ ਲੱਗ ਗਏ ਤਾਂ ਅਸੀਂ ਵੀ 2 ਦਿਨਾਂ ਨੂੰ ਪਕਾਉਣ ਲੱਗ ਜਾਵਾਂਗੇ, ਹੋਰ ਕੀ। ਸਾਨੂੰ ਕੋ ਦੱਸਣਗੇ ਵੀ ਕਿੱਦਾਂ ਬਣਾਉਣੀ ਆ। ਜੋ ਸੰਘਰਸ਼ ਤੇ ਆਏ ਆ, ਸਾਰਾ ਕੁਝ ਕਰਨਾ ਹੀ ਪੈਣਾ ਜੀ। ਕੀ ਸੋਚ ਕੇ ਆਏ ਘਰੇ, ਕੀ ਬੋਲ ਕੇ ਆਏ, ਕਿੰਨੀ ਦੇਰ ਤੱਕ ਇੱਥੇ ਰਹੋਗੇ? ਟਾਲੀ ਜਾਣ ਸਾਰੀ ਭਰੀ ਪਈ ਆ ਕਿ ਜਿੰਨਾ ਹੈਗਾ ਜੀ। ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹਾਂ, ਲੱਕੜਾਂ, ਸਿਲੰਡਰ, ਸਾਰਾ ਕੁਝ ਸਾਡੇ ਕੋਲ ਆ। ਜਿੰਨਾ ਚਿਰ ਇਹ ਸਰਕਾਰ ਨਹੀਂ ਮੰਨੂਗੀ ਉਹਨਾਂ ਚਿਰ ਅਸੀਂ ਸੜਕ ਤੇ ਬੈਠਾਂਗੇ ਇਕਣੇ। ਹਾਂਜੀ, ਬਿਲਕੁਲ ਜੀ, ਬਿਲਕੁਲ। ਤੁਸੀਂ ਸਾਰੇ ਨੌਜਵਾਨ ਹੋ, ਮਤਲਬ ਉਹੀਓ ਛੋਟੀ ਉਮਰ ਦੇ ਹੀ ਹੈਗੇ ਹੋ। ਤੁਹਾਡੇ ਬਾਰੇ ਇਹੀ ਕਿਹਾ ਜਾਂਦਾ ਤੁਸੀਂ ਲੋਕ ਜਾਂ ਥੋੜਾ ਨਸ਼ਾ ਕਰਦੇ ਹੋ, ਥੋੜੇ ਬ੍ਰਾਂਡ ਵਿੱਚ ਘੁੰਮਦੇ ਹੋ? ਨਹੀਂ, ਇਹੀ ਅਸੀਂ ਦੁਨੀਆ ਨੂੰ ਦਿਖਾਇਆ ਵੀ ਜਿਹੜੇ ਪੰਜਾਬੀਆਂ ਨੂੰ ਨਸ਼ੇ ਦਾ, ਨਸ਼ੇੜੀਆਂ ਦਾ ਕਲੰਕ ਲਾਤਾ ਸੀਗਾ, ਆਹ ਕਿੱਥੋਂ ਆਏ ਨੇ? ਇਹ ਪੰਜਾਬੀ ਨੇ ਪੱਗ ਬੰਨੀ ਆ ਸਿਰ ਤੇ। ਜਿਹੜੇ ਨਸ਼ੇੜੀਆਂ ਦਾ ਦਾਗ ਲਾਇਆ ਸੀਗਾ ਨਾ, ਅੱਜ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ ਪੰਜਾਬ ਦੇ ਨੌਜਵਾਨਾਂ ਨੇ, ਯੂਥ ਨੇ, ਜਿਨ੍ਹਾਂ ਨੂੰ ਨਸ਼ੇੜੀ ਬਣਾਤਾ ਸੀਗਾ। ਅਸੀਂ ਦੇਖੋ ਜੀ 26 ਤਰੀਕ ਨੂੰ ਘਰੋਂ ਤੁਰੇ ਸੀ, ਅੱਜ 30 ਤਰੀਕ ਹੋ ਗਈ ਆ ਜੀ। ਉਦਣ ਦੇ ਅਸੀਂ ਆਪਣਾ ਹੱਥੀਂ ਪਕਾ ਕੇ ਰੋਟੀਆਂ ਆਪਣੀਆਂ ਕਾ। ਇਹਨਾਂ ਮੁੰਡਿਆਂ ਬਾਰੇ ਕੀ ਕਹਿੰਦੇ ਹੋ ਜਿਹੜਾ ਇਹਨਾਂ ਨੇ ਸਾਨੂੰ ਲੈਣ ਅੱਗੇ ਵਾਲੀ ਸਾਡੀ ਕਲੀਅਰ ਕਰਤੀ ਜੀ ਵੀ ਸਾਡੀ ਜਵਾਨੀ ਨਸ਼ਿਆਂ ਵੱਲ ਨੂੰ ਜਾਊ ਜੀ, ਸਹੀ ਪਾਸੇ ਨੂੰ ਜਾ ਰਹੀ ਹੈ ਜੀ। ਆਪਦੇ ਹੱਕ ਲੈਣ ਆਈ ਆ ਜਵਾਨੀ, ਜਿਹੜੀ ਗੱਲ ਆ ਜੀ। ਕਹਿਣੀ ਚਾਹੂੰਗਾ ਜੋ ਇਹ ਕਹਿ ਰਿਹਾ ਨਾ ਵੀ ਪਹਿਲਾਂ ਮੀਡੀਆ ਨੇ ਬੜਾ ਬਦਨਾਮ ਕਰਿਆ ਜੀ, ਨਸ਼ੇ ਕਰਦੇ ਆ, ਇਹ ਕਰਦੇ ਆ, ਇਹ ਗਲਤ ਅੰਦਾਜ਼ਾ ਲਾਇਆ ਬੈਠੇ। ਇਹਨਾਂ ਨੇ ਤਾਂ ਇਹੀ ਸਰਵੇ ਕਰਿਆ ਵੀ ਪੰਜਾਬ 'ਚ ਇੰਨੀ ਦਾਰੂ ਵਿਕਦੀ ਆ, ਇੰਨਾ ਚਿੱਟਾ ਵਿਕਦਾ, ਇਹਨਾਂ ਨੇ ਕਿੱਥੇ ਖੜਨਾ? ਪੰਜਾਬ ਨੇ ਕਿੱਥੋਂ ਕਿਸੇ ਵੀ ਇਹਨਾਂ ਨੇ ਕਿੱਥੇ ਖੜਨਾ? ਜਿਵੇਂ ਇਹਨਾਂ ਨੇ ਕਸ਼ਮੀਰ ਤੇ ਕਬਜ਼ਾ ਕਰਿਆ ਜਾ ਕੇ, ਹਨਾ, ਉਹਨਾਂ ਨੂੰ ਅੰਦਰ ਬਾੜ ਕੇ ਕੁੱਟਿਆ, ਉਵੇਂ ਹੀ ਇਹਦਾ ਗਲਤ ਅੰਦਾਜ਼ੇ ਲਾ ਕੇ ਬੈਠ ਗਏ। ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ। ਹੁਣ ਜੇ ਨਸ਼ਾ ਕਰਦੇ ਹੁੰਦੇ ਕੋਈ ਆਟਾ ਗੁੰਨ ਲੂਗਾ ਨਸ਼ਾ ਕਰਨ ਵਾਲਾ? ਜਦੇ ਡਿੱਗ ਪੂ, ਪ੍ਰਾਂਤ ਦੇ ਵਿੱਚੇ ਡਿੱਗ ਪੂਗਾ ਉਹ ਆਟਾ ਗੁੰਨਦਾ। ਜਾਂ ਕੋਈ ਹੋਰ ਜਿਵੇਂ ਰੋਟੀਆਂ ਪਕਾਉਂਦੇ ਆ ਜਾਂ ਕੁਝ ਵੀ ਕਰਦੇ ਆ, ਅਸੀਂ ਕਿਹੜਾ ਮਤਲਬ ਇਹ ਆ ਵੀ ਪਹਿਲਾਂ ਇਹ ਕੰਮ ਕਰਿਆ? ਸਿੱਖ ਦਾ ਬੰਦਾ ਸਿੱਖ ਜਾਂਦਾ। ਇਹ ਕੰਮ ਨਹੀਂ ਹੋਣਾ। ਇਹ ਕਰਨ ਨੂੰ ਫਿਰਦੇ ਆ ਜਿਸ ਤਰ੍ਹਾਂ ਨਾ ਨਾਰਥ ਕੋਰੀਆ ਦੇ ਵਿੱਚ ਕਿਮ ਜੋਂਗ ਦਾ ਰਾਜ ਆ। YouTube ਤੇ ਬੜੀਆਂ ਵੀਡੀਓਜ਼ ਦੇਖੀਆਂ ਹੋਣਗੀਆਂ। ਕਿਮ ਜੋਂਗ ਦਾ ਰਾਜ ਆ, ਉਹਦਾ ਰਾਜ ਹੋਣ ਕਰਕੇ ਜਦੋਂ ਕਿਸੇ ਦਾ ਇਲਾਜ ਹੁੰਦਾ ਉਹਦੀ ਹੀ ਫੋਟੋ ਦਿਖਾਈ ਜਾਂਦੀ ਆ। ਇਹ ਉਸੇ ਤਰ੍ਹਾਂ ਕਰਨ ਨੂੰ ਫਿਰਦੇ ਆ ਵੀ ਵੱਡੇ ਘਰਾਣਿਆਂ ਦਾ ਹੀ ਸਾਡੇ ਤੇ ਰਾਜ ਹੋਵੇ, ਸਾਰੇ ਜਿਹੜੇ ਵੱਡੇ ਘਰਾਣੇ ਆ ਉਹੀ ਸਾਡੇ ਫੈਸਲੇ ਕਰਨ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਦੋਂ ਜ਼ੁਲਮ ਵੱਧਦਾ ਫਿਰ ਸੂਰਮਾ ਜਨਮ ਲੈਂਦਾ। ਇੱਥੇ ਹੁਣ ਸਾਰੇ ਹੀ ਜਰਨੈਲ ਨੇ। ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਇਹ ਜ਼ਮੀਨਾਂ ਖੋਹ ਕੇ ਦਿੱਤੀਆਂ ਵੱਡਿਆਂ ਦੇ ਕੋਲੋਂ, ਉਸੇ ਤਰ੍ਹਾਂ ਹੁਣ ਇਹ ਜੋ ਸਾਡਾ ਹੱਕ ਆ, ਸਾਡਾ ਲੜਨ ਦਾ ਫਰਜ਼ ਆ ਇਹਦੇ ਲਈ, ਇਹਦੇ ਮਤਲਬ ਅਗੇਂਸਟ ਉਹਨਾਂ ਦੇ ਆਵਾਜ਼ ਚੱਕਣ। ਇੱਕ ਚੀਜ਼ ਬੜੀ ਹੈਰਾਨੀ ਦੀ ਦਿਖ ਰਹੀ ਹੈ, ਸਾਰੇ ਕਹਿੰਦੇ ਹਉਮੈ ਬੜੀ ਹੁੰਦੀ ਹੈ ਪੰਜਾਬੀਆਂ ਵਿੱਚ, ਇਹ ਸਾਰੇ ਇਕੱਠੇ ਨੇ, ਇੱਕ ਸੁਰ ਬਲ ਰਿਹਾ, ਕੋਈ ਆਪਸ ਵਿੱਚ ਲੜਾਈ ਨਹੀਂ ਕਰ ਰਿਹਾ। ਇਹ ਕਿੱਦਾਂ ਹੋ ਗਿਆ? ਨਹੀਂ, ਪੰਜਾਬੀ ਕਦੇ ਅਲੱਗ ਨਹੀਂ ਸੀਗੇ, ਇਹਨਾਂ ਨੂੰ ਅਲੱਗ ਕੀਤਾ ਗਿਆ, ਦਿਖਾਇਆ ਗਿਆ। ਜਨਰਲੀ ਹੁੰਦਾ ਇੱਕ ਆਗੂ ਆਂਦਾ, 4 ਪਿੱਛੋਂ ਛੁਰਾ ਖੋਪਦੇ। ਇੱਥੇ ਹੈਰਾਨੀ ਹੈ, ਸਾਰੇ ਇਕੱਠੇ ਖੜੇ ਨੇ। ਮੈਡਮ ਇੱਥੇ ਫਿਰ ਸਾਰਿਆਂ ਦੇ ਹੱਕ ਦੀ ਗੱਲ ਆ ਨਾ, ਜਿਹੜੀ ਗੱਲ ਆ ਸਾਰੇ ਆਪਦੇ ਹੱਕ ਲੈਣ ਆਏ ਨੇ। ਗੱਲ ਸਾਡੀ ਹੁਣ ਇਸ ਟਾਈਮ ਸਾਡੀ ਜ਼ਮੀਨਾਂ ਦੀ ਆ ਗਈ, ਠੀਕ ਆ, ਸਾਡੀ ਹੋਂਦ ਦੀ ਆ ਗਈ, ਸਾਡੀ ਮਾਂ ਦੀ ਆ ਗਈ। ਇਦੋਂ ਉੱਪਰ ਸਾਡੇ ਲਈ ਕੁਝ ਨਹੀਂ ਹੈਗਾ, ਠੀਕ ਹੈ ਨਾ। ਸਾਡੀ ਲੜਾਈ ਪਹਿਲਾਂ ਤੋਂ ਹੀ ਮੈਂ ਸਮਝਦਾ ਵੀ ਸਾਡੀ ਲੜਾਈ ਆ ਆੜੇ ਨਾਲ ਰਹੀ ਆ। ਆੜਾ ਅਬਦਾਲੀ ਆਉਂਦਾ ਰਿਹਾ,
ਪੰਜਾਬੀਆਂ ਨੇ ਭਜਾਇਆ। ਆੜਾ ਅੰਗਰੇਜ਼ ਆਏ ਨੇ, ਪੰਜਾਬੀਆਂ ਨੇ ਭਜਾਏ ਨੇ। ਤੇ ਆੜਾ ਆਰਡੀਨੈਂਸ ਆਇਆ ਗੰਦਾ ਆਰਡੀਨੈਂਸ ਮੋਦੀ ਦਾ, ਤਾਂ ਪੰਜਾਬੀ ਹੀ ਮੂੰਹ ਤੋੜ ਜਵਾਬ ਦੇਣਗੇ ਦਾ। ਤੇ ਤੁਸੀਂ ਸਾਨੂੰ ਕਹਿਣ ਦੀ ਲੋੜ ਨਹੀਂ ਮੈਡਮ, ਇੱਥੇ ਸਾਰਾ ਦੇਖੋ ਤੁਸੀਂ। ਤੁਹਾਨੂੰ ਲੱਗਦਾ ਕੋਈ ਸਾਨੂੰ ਕੋਈ ਔਖ ਦੇ ਵਿੱਚ ਹੈ, ਠੀਕ ਹੈ ਨਾ? ਕੋਈ ਲੱਗਦਾ ਕੋਈ ਅੱਜ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ, ਤੇ ਸਾਰੇ ਇੱਥੇ ਹੀ ਬੜੀ ਸ਼ਰਧਾ ਨਾਲ ਮਨਾਏਗਾ, ਬੜੀ ਸ਼ਰਧਾ ਨਾਲ। ਤੇ ਉਨਾ ਹੀ ਉਤਸ਼ਾਹ ਹੈ ਜਿੰਨਾ 400 ਕਿਲੋਮੀਟਰ ਪਹਿਲਾਂ ਪੰਜਾਬ ਦੇ ਵਿੱਚ ਸੀਗਾ। ਤੇ ਇਹ ਮੋਦੀ ਦੀ ਹਾਰ ਹੋਣੀ ਨਿਸ਼ਚਿਤ ਹੈ, ਇਹਦੇ ਵਿੱਚ ਕੋਈ ਦੋ ਰਾਏ ਹੈ ਨਹੀਂ। ਤੇ ਅਸੀਂ ਸਾਰੇ ਜਿੱਤ ਕੇ ਜਾਵਾਂਗੇ। ਅੱਗੇ ਇੱਕ ਭਗਤ ਸਿੰਘ ਸੀਗਾ ਪੰਜਾਬ ਦੇ ਵਿੱਚੋਂ, ਜਿਹਨੇ ਸਾਰੀ ਮਤਲਬ ਅੰਗਰੇਜ਼ ਮੂਹਰੇ ਲਾ ਲਏ ਸੀਗੇ। ਇੱਥੇ ਹੁਣ ਕੱਲਾ ਭਗਤ ਸਿੰਘ ਪੈਦਾ ਹੋਇਆ ਆ। ਤੇ ਇੰਨਾ ਜਨੂਨ ਆ ਸਾਡੀ ਜਵਾਨੀ ਦੇ ਵਿੱਚ, ਸਾਨੂੰ ਖੁਸ਼ੀ ਆ ਵੀ ਜਿਨ੍ਹਾਂ ਨੂੰ ਭੰਡਿਆ ਜਾ ਰਿਹਾ ਸੀਗਾ, ਤੇ ਅੱਜ ਉਹੀ ਜਵਾਨੀ ਸਾਰੇ ਇੰਡੀਆ ਦਾ, ਸਾਰੇ ਵਰਲਡ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਇਕੱਲੇ ਇੰਡੀਆ ਦੇ ਵਿੱਚ ਨਹੀਂ, ਵਰਲਡ ਦੇ ਵਿੱਚ ਪੰਜਾਬੀ ਹੁਣ ਇਸ ਟਾਈਮ ਛਾਏ ਪਏ ਨੇ। ਜਿਹੜੀ ਗੱਲ ਹੁਣ ਲੰਗਰ ਚੱਲ ਰਹੇ ਨੇ, ਲੰਗਰ ਅਸੀਂ ਆਪਣੇ ਲਈ ਨਹੀਂ ਇਕੱਲੇ ਬਣਾ ਰਹੇ, ਜਾਂ ਵੀ ਇਹ ਟਰਾਲੀ ਵਾਲੇ ਦਾ ਇਕੱਲਾ ਲੰਗਰ ਬਣ ਰਿਹਾ। ਜੋ ਵੀ ਇੱਥੇ ਲੰਘਾ ਹੈ ਸਾਰਿਆਂ ਲਈ ਲੰਗਰ ਆਓ, ਕੋਈ ਆਓ ਛਕੋ। ਇਹ ਆ ਪੰਜਾਬੀ। ਜੋ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦੇ ਵਿੱਚ ਲੰਗਰ ਸ਼ੁਰੂ ਕਰਿਆ ਸੀਗਾ, ਤੇ ਅੱਜ ਉਹੀ ਲੰਗਰ ਦੇਖੋ, ਉਹਦੇ ਹੀ ਵਰਤਾਰਾ ਸਾਰਾ ਕੁਝ। ਤੇ ਸਾਡੀ ਜਿੱਤ ਨਿਸ਼ਚਿਤ ਹੈ, ਤੇ ਮੋਦੀ ਨੂੰ ਝੁਕਣਾ ਹੀ ਪੈਣਾ, ਉਹਦੇ ਅੱਗੇ ਹੋਰ ਕੋਈ ਰਸਤਾ ਹੈ ਹੀ ਨਹੀਂ।